ਦੋਸਤੋ ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ 3:35 ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। ਸਾਡਾ ਸਾਥ 2 ਵਜੇ ਤੋਂ ਲੈ ਕੇ 5 ਵਜੇ ਤੱਕ 3 ਘੰਟੇ 1350 ਦੇ ਉੱਪਰ ਹਰ ਰੋਜ਼ ਮੰਡੇ ਟੂ ਫਰਾਈਡੇ। ਤੇ ਜਿੱਥੇ ਥੋੜੀ ਦੇਰ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਅੱਜ ਇੱਕ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਇੱਕ ਖਾਸ ਪੈਨਲ ਡਿਸਕਸ਼ਨ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ। ਸੋ ਉਹਦੇ ਲਈ ਸਾਡੇ ਨਾਲ ਗੈਸਟ ਵੀ ਜੁੜ ਚੁੱਕੇ ਨੇ, ਜਿੱਥੇ ਫੋਨ ਲਾਈਨ ਦੇ ਜ਼ਰੀਏ, ਉੱਥੇ ਨਾਲ ਦੀ ਨਾਲ ਇਨ ਪਰਸਨ ਸਟੂਡੀਓ ਦੇ ਵਿੱਚ ਵੀ ਅੱਜ ਸਾਡੇ ਨਾਲ ਸਰਬਜੀਤ ਅਰੋੜਾ ਸਾਹਿਬ ਵੀ ਪਹੁੰਚੇ ਹੋਏ ਨੇ। ਆਪਾਂ ਉਹਨਾਂ ਦਾ ਵੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੇ ਫਿਰ 1 by 1 ਸਾਡੇ ਬਾਕੀ ਪੈਨਲਿਸਟ, ਤੇ ਕੋਸ਼ਿਸ਼ ਹੋਣੀ ਹੈ ਕਿ ਅੱਗੇ ਨੈਬ ਭਾਟੀਆ ਸਾਹਿਬ ਦੇ ਨਾਲ ਵੀ ਸਾਡੀ ਇਸ ਗੱਲਬਾਤ ਨੂੰ ਡਿਸਕਸ ਕਰਨ ਦੇ ਲਈ ਉਹਨਾਂ ਦੇ ਵਿਚਾਰ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਦੇ ਕਰਨੇ ਆ। ਸਭ ਤੋਂ ਪਹਿਲਾਂ ਅਰੋੜਾ ਸਾਹਿਬ ਇੱਕ ਵਾਰੀ ਫਿਰ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਇਸ ਗੱਲਬਾਤ ਦਾ, ਇਸ ਮਹਿਫਿਲ ਦਾ ਮੈਨੂੰ ਹਿੱਸਾ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੁਣ ਆਪਾਂ ਚੱਲਦੇ ਹਾਂ ਜੀ, ਸਾਡੇ ਬਹੁਤ ਸਤਿਕਾਰਤ ਔਰ ਕਮਿਊਨਿਟੀ 'ਚ ਬੜੇ ਐਕਟਿਵਲੀ ਇਨਵੋਲਵ, ਸੋਸ਼ਲੀ, ਪੋਲੀਟੀਕਲੀ, ਜਿਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੁੰਦੀ ਹੈ। ਸਾਡੇ 2 ਖਾਸ ਮਹਿਮਾਨ ਹੈਰੀ ਧਾਲੀਵਾਲ ਸਾਹਿਬ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਨੇ, ਉਹਨਾਂ ਦਾ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਧਾਲੀਵਾਲ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਜੀ, ਵੈਲਕਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਤੁਹਾਡਾ ਤੇ ਅਰੋੜਾ ਸਾਹਿਬ ਦਾ ਬਹੁਤ ਬਹੁਤ ਤੁਹਾਨੂੰ ਸਤਿ ਸ੍ਰੀ ਅਕਾਲ, ਤੇ ਤੁਹਾਨੂੰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ ਸਰ। ਵੈਲਕਮ ਸਰ ਜੀ ਆਇਆਂ ਨੂੰ। ਲੁਕਿੰਗ ਫਾਰਵਰਡ ਟੂ ਦਿਸ ਡਿਸਕਸ਼ਨ ਜੀ। ਤੇ ਨਾਲ ਸਾਡੇ ਦੂਸਰੇ ਗੈਸਟ ਨੇ ਜੀ ਬੌਬੀ ਸਿੱਧੂ ਹੋਰੀ, ਜਿਹੜੇ ਕਿ ਗੁਰਸ਼ਰਨ ਬੌਬੀ ਸਿੱਧੂ ਹੋਰੀ ਕਾਫੀ ਐਕਟਿਵਲੀ, ਜਿੱਥੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਗਾਹੇ ਬਗਾਹੇ ਇਹਨਾਂ ਨੂੰ ਖੇਚਲ ਦਿੰਦੇ ਰਹੀਦਾ, ਤੇ ਅੱਜ ਫਿਰ ਇੱਕ ਵਾਰੀ ਸਾਡੀ ਇਸ ਇੰਪੋਰਟੈਂਟ ਡਿਸਕਸ਼ਨ ਦੇ ਵਿੱਚ ਸਾਥ ਦੇਣਗੇ। ਬੌਬੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ। ਹਰਜਿੰਦਰ ਜੀ, ਤੁਹਾਨੂੰ, ਅਰੋੜਾ ਸਾਹਿਬ ਨੂੰ, ਹੈਰੀ ਭਾਜੀ ਨੂੰ, ਤੇ ਸਾਰੇ ਤੁਹਾਡੇ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਦੋਸਤੋ ਥੋੜੀ ਦੇਰ ਤੱਕ ਸਾਡੇ ਨਾਲ ਜਸਪਾਲ ਬਲ ਸਾਹਿਬ ਵੀ ਜੁੜਨਗੇ। ਤਕਰੀਬਨ 4 ਵਜੇ ਦੇ ਕਰੀਬ ਅਸੀਂ ਜਸਪਾਲ ਬਲ ਹੋਰਾਂ ਨੂੰ ਵੀ ਸਾਡੀ ਇਸ ਗੱਲਬਾਤ ਦੇ ਵਿੱਚ ਹਿੱਸੇਦਾਰ ਬਣਾਵਾਂਗੇ। ਪਰ ਉਸ ਤੋਂ ਪਹਿਲਾਂ ਕਿ ਅਸੀਂ ਬਾਕੀ ਗੱਲਬਾਤ ਨੂੰ ਅੱਗੇ ਤੋਰੀਏ, ਥੋੜਾ ਜਿਹਾ ਅਸੀਂ ਪਹਿਲਾਂ ਵੀ ਟੱਚ ਬੇਸ ਕਰ ਚੁੱਕੇ ਹਾਂ। ਅਰੋੜਾ ਸਾਹਿਬ ਨੇ ਵੀ ਦੱਸਿਆ ਸੀ ਕਿ ਜਿਹੜੀ ਅੱਜ ਦੀ ਇੱਕ ਖਾਸ ਗੱਲਬਾਤ ਹੈ, ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਇੱਕ ਪੁਰਸਕਾਰ ਦੀ ਅਨਾਊਂਸਮੈਂਟ ਕੀਤੀ ਗਈ ਨੈਬ ਭਾਟੀਆ ਹੋਰਾਂ ਦੇ ਲਈ। ਉਸ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਆਈ, ਜਿੱਥੇ ਭਾਈਚਾਰਕ ਤੌਰ ਦੇ ਉੱਤੇ, ਔਰ ਉਹਦਾ ਲਿੰਕ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਡੋ ਕੈਨੇਡੀਅਨ ਰਿਲੇਸ਼ਨਸ, ਫਿਰ ਉਸ ਤੋਂ ਬਾਅਦ ਫਾਰਮਰ ਪ੍ਰੋਟੈਸਟ ਤੇ ਹੋਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜੋੜਿਆ ਗਿਆ। ਸਿਆਸੀ ਤੌਰ ਤੇ, ਸਮਾਜਿਕ ਤੌਰ ਦੇ ਉੱਤੇ ਉਹਦੇ ਕਾਫੀ ਸਾਰੇ ਐਂਗਲ ਜਾਂ ਕਾਫੀ ਸਾਰੇ ਪਰਸਪੈਕਟਿਵ ਨੇ, ਉਹਨਾਂ ਦੇ ਬਾਰੇ 'ਚ ਡਿਸਕਸ ਕਰਨ ਦੇ ਲਈ ਅਸੀਂ ਅੱਜ ਦੀ ਇਸ ਗੱਲਬਾਤ ਨੂੰ ਤੁਹਾਡੇ ਤੱਕ ਲੈ ਕੇ ਆਏ ਹਾਂ। ਅਰੋੜਾ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੀ ਚਾਹਾਂਗਾ ਥੋੜ੍ਹੀ ਜਿਹੀ ਇੱਕ ਵਾਰ ਫਿਰ ਆਪਾਂ ਇੱਕ ਓਵਰਵਿਊ, ਇੱਕ ਪੰਛੀ ਝਾਤ ਦੇ ਰੂਪ ਦੇ ਵਿੱਚ, ਜਦੋਂ ਅਸੀਂ ਕੈਨੇਡਾ ਇੰਡੀਆ ਫਾਊਂਡੇਸ਼ਨ ਜਾਂ ਫਿਰ ਨੈਬ ਭਾਟੀਆ ਸਾਹਿਬ ਜਾਂ ਫਿਰ ਸਾਡੀ ਇਸ ਅੱਜ ਦੀ ਡਿਸਕਸ਼ਨ ਨੂੰ ਜੇਕਰ ਭੂਮਿਕਾ ਦੇ ਰੂਪ ਦੇ ਵਿੱਚ ਅਪ ਕਰਨਾ ਚਾਹੋ ਤੁਸੀਂ। ਜੀ। ਸੋ ਸਭ ਤੋਂ ਪਹਿਲਾਂ ਜੀ, ਕੈਨੇਡਾ ਇੰਡੀਆ ਫਾਊਂਡੇਸ਼ਨ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ, 2009 ਤੋਂ ਲੈ ਕੇ ਹੁਣ ਤੱਕ ਉਹ ਇੰਡੋ ਕੈਨੇਡੀਅਨ ਕਮਿਊਨਿਟੀ ਨੂੰ ਐਂਡ ਵਰਲਡ ਵਾਈਡ ਕੈਨੇਡਾ ਤੇ ਇੰਡੀਆ ਦੀ ਸਟਰੈਂਥ ਨੂੰ ਵਧਾਉਣ ਲਈ ਉਹ ਕੰਮ ਕਰਦੇ ਆ ਰਹੇ ਨੇ। ਇਹ ਉਹਨਾਂ ਦਾ ਮੈਂਡੇਟ ਹੈ। ਦੂਜੇ ਪਾਸੇ ਨਵ ਭਾਟੀਆ ਪੇਸ਼ੇ ਤੋਂ ਬਿਜ਼ਨਸਮੈਨ, ਕਾਰ ਡੀਲਰਸ਼ਿਪਸ ਨੂੰ ਉਹਨਾਂ ਦੀ ਬੜੀ ਦਿਲਚਸਪੀ ਰਹੀ ਹੈ, ਉਹਨਾਂ ਦਾ ਬਿਜ਼ਨਸ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਬੜੇ ਮਲਟੀਪਲ ਬਿਜ਼ਨਸਿਸ ਨੇ, ਪਰ ਇੱਕ ਫਿਲੈਂਥਰੋਪਿਸਟ ਤੇ ਨਾਲ ਹੀ ਕਮਿਊਨਿਟੀ ਦੇ ਇੱਕ ਲੀਡਰ, ਤੇ ਨਾਲੇ ਕਈ ਵਾਰ ਆਈਕਨ ਜਦੋਂ ਅਸੀਂ ਬਣ ਜਾਂਦੇ ਹਾਂ, ਉਹ ਇੱਕ ਆਈਕਨ ਨੇ। ਰੈਪਟਰਸ ਸੁਪਰ ਫੈਨ ਹੋਣ ਦੇ ਨਾਤੇ ਉਹ ਇੱਕ, ਜਿਹਨੂੰ ਕਹਿਣਾ ਚਾਹੀਦਾ ਕਿ ਪੰਜਾਬੀ ਕਮਿਊਨਿਟੀ ਦਾ, ਸਿੱਖ ਕਮਿਊਨਿਟੀ ਦਾ, ਇੰਡੀਅਨ ਕਮਿਊਨਿਟੀ ਦਾ ਆਈਕਨ ਨੇ ਟੂ ਦ ਵਰਲਡ। ਅਤੇ ਉਹ ਦੋਵੇਂ ਆਪਣੀ ਆਪਣੀ ਜਗ੍ਹਾ 'ਤੇ, ਦੋਨਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਇਹ ਸੰਸਥਾ ਕੈਨੇਡਾ ਇੰਡੀਆ ਫਾਊਂਡੇਸ਼ਨ ਹਰ ਸਾਲ ਇੱਕ ਔਨਰ ਦਿੰਦੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹਰ ਸਾਲ ਨਵਾਂ ਇੱਕ ਆਪਣੇ 11 ਤੇ ਇੱਕ ਕਿਸੇ ਵੀ ਇੱਕ ਸ਼ਖਸ ਨੂੰ ਸਨਮਾਨ ਦਿੱਤਾ ਜਾਂਦਾ ਹੈ। ਅਤੇ ਜ਼ਿਆਦਾਤਰ ਇਹ ਹੁਣ ਤੱਕ ਦੇ ਜਿਹੜੇ ਸਨਮਾਨ ਨੇ, ਇਹ ਕੈਨੇਡੀਅਨਸ ਨੂੰ ਨਹੀਂ ਮਿਲੇ, ਕੈਨੇਡਾ ਤੋਂ ਬਾਹਰ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ, ਜਿਹਦੇ ਵਿੱਚ ਬਹੁਤ ਸਾਰੇ ਹੋਰ ਲੋਕ, ਰਤਨ ਟਾਟਾ, ਦੀਪਕ ਚੋਪੜਾ ਵੀ ਨੇ। ਅਤੇ ਇਸ ਦਫਾ ਇਹ ਸਨਮਾਨ ਨਵ ਭਾਟੀਆ ਜੀ ਦੇ ਹਿੱਸੇ ਆਇਆ, ਉਹਨਾਂ ਨੂੰ ਦਿੱਤਾ ਗਿਆ ਜੀ। ਅਤੇ ਉਸ ਤੋਂ ਬਾਅਦ ਦੀ ਜਿਹੜੀ ਘਟਨਾ ਜੋ ਕੁਛ ਵਾਪਰੀ, ਉਸ ਦੇ ਬਾਰੇ ਅਸੀਂ ਹੁਣ ਗੱਲਬਾਤ ਕਰਾਂਗੇ। ਅੱਛਾ, ਬਾਅਦ ਵਾਲੀ ਘਟਨਾ ਤੋਂ ਵੀ ਥੋੜਾ ਜਿਹਾ ਪਿੱਛੇ ਜਾਣਾ ਚਾਹਾਂਗੇ। ਉਹਦੇ ਲਈ ਅਸੀਂ ਹੈਰੀ ਧਾਲੀਵਾਲ ਸਾਹਿਬ ਦੀ ਥੋੜੀ ਜਿਹੀ ਹੈਲਪ ਲਵਾਂਗੇ, ਕਿਉਂਕਿ ਕਾਫੀ ਕਲੋਜ਼ਲੀ ਔਰ ਕਾਫੀ ਡੀਟੇਲਡ ਤਰੀਕੇ ਦੇ ਨਾਲ ਪੋਲੀਟੀਕਲ ਹਲਕਿਆਂ ਦੇ ਵਿੱਚ ਜਦੋਂ ਕੋਈ ਘਟਨਾ ਵਾਪਰਦੀ ਹੈ, ਗੱਲਬਾਤ ਹੁੰਦੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਲੈਵਲ ਤੇ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਆਰਗੇਨਾਈਜੇਸ਼ਨਲ ਲੈਵਲ ਤੇ ਹੋਵੇ, ਤਾਂ ਕਾਫੀ ਤਿਰਛੀ ਨਜ਼ਰ ਰੱਖਦੇ ਨੇ ਹੈਰੀ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ, ਤੁਹਾਡੇ ਤੋਂ ਥੋੜਾ ਜਿਹਾ ਪਿੱਠ ਭੂਮੀ ਅਗਰ ਜਾਣਨੀ ਹੋਵੇ, ਦੱਸਣਾ ਚਾਹੋ ਕਿ ਜਿਹੜੇ ਇਹ ਰਿਲੇਸ਼ਨਸ ਨੇ, ਇੰਡੀਆ ਕੈਨੇਡਾ ਰਿਲੇਸ਼ਨਸ, ਜਾਂ ਜਿਹੜੀਆਂ ਕੋਈ ਸੰਸਥਾਵਾਂ ਨੇ, ਜਾਂ ਫਿਰ ਜਿਹੜੀ ਭਾਰਤੀ ਮੂਲ ਦੇ ਜਿਹੜੇ ਬਿਜ਼ਨਸਮੈਨ ਕਹਿ ਲਈਏ, ਜਾਂ ਫਿਰ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਨ੍ਹਾਂ ਦੀਆਂ ਕੋਈ ਅਚੀਵਮੈਂਟਸ ਨੇ, ਉਹਨਾਂ ਨੂੰ ਜਦੋਂ ਰੈਕਗਨੀਸ਼ਨਸ ਮਿਲਦੀਆਂ ਨੇ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਦੇ ਕੰਟੈਕਸਟ ਦੇ ਵਿੱਚ? ਦੇਖੋ, ਮੇਰਾ ਖਿਆਲ ਹੈ ਵੀ ਨੈਬ ਭਾਟੀਆ ਦੀ ਅਕੰਪਲਿਸ਼ਮੈਂਟ, ਉਹਨਾਂ ਦਾ ਬ੍ਰਾਂਡ ਐਂਬੈਸਡਰ ਹੋਣਾ, ਪੱਗ ਦਾ, ਸਿੱਖ ਦਾ, ਇਹ ਚੀਜ਼ਾਂ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਸਾਰੇ ਬੰਦੇ ਉਹਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ, ਠੀਕ ਹੈ। ਉਸ ਗੱਲ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਵੀ ਕੋਈ ਉਹਨਾਂ ਨੂੰ ਜਿਹੜਾ ਉਹ ਸਤਿਕਾਰ ਮਾਣ ਦਿੱਤਾ ਹੈਗਾ ਵੀ ਉਹ ਡਿਜ਼ਰਵ ਨਹੀਂ ਕਰਦੇ ਜਾਂ ਕਿਵੇਂ ਕਰਦੇ। ਗੱਲ ਇੱਥੇ ਹੈਗੀ ਕੈਨੇਡਾ ਇੰਡੀਆ ਫਾਊਂਡੇਸ਼ਨ, ਠੀਕ ਹੈ।
ਵੀ ਕੈਨੇਡਾ ਇੰਡੀਆ ਫਾਊਂਡੇਸ਼ਨ ਜਿਹੜੀ ਹੈਗੀ ਆ ਉਹਦਾ ਜਿਹੜਾ ਫੇਸ ਹੈ ਇੱਕ ਡਿਫਰੈਂਟ ਹੈ, ਜਿਹੜਾ ਬਾਹਰ ਜਿਵੇਂ ਅਰੋੜਾ ਸਾਹਿਬ ਨੇ ਹੁਣ ਆਪ ਦੱਸਿਆ, ਤੇ ਪਰ ਜਿਹੜੀ ਅੰਦਰੋਂ ਜਿਹੜੀ ਉਹਦੀ ਬਣਤਰ ਹੈ ਉਹ ਬਹੁਤ ਖਤਰਨਾਕ ਹੈ ਨਾ। ਸੋ ਉਹ ਜਿਹੜੀ ਬਣਤਰ ਦੇ ਉੱਤੇ ਪ੍ਰੋਬਲਮ ਹੈ, ਉਹਨਾਂ ਦਾ ਜਿਹੜਾ ਏਜੰਡਾ ਹੈਗਾ ਬਹੁਤ ਮੈਂ ਕਲੋਜ਼ਲੀ ਉਹਨੂੰ ਵਾਚ ਕਰਦਾ, ਤੇ ਮੈਂ ਜਿਹੜੀ ਇੱਕ ਉਹਨਾਂ ਦੀ ਪ੍ਰਟੈਂਸ਼ੀਅਸ ਜਿਹੜੀ ਫਾਊਂਡਿੰਗ ਮੀਟਿੰਗ ਸੀਗੀ ਉਹ ਤੋਂ ਪਹਿਲਾਂ ਉਹਨਾਂ ਦਾ ਸਾਰਾ ਏਜੰਡਾ ਬਣਾਇਆ ਹੋਇਆ ਸੀ, ਉਹਦੇ ਵਿੱਚ ਮੈਂ ਹਾਜ਼ਰ ਵੀ ਸੀ। ਤੇ ਉਸ ਮੀਟਿੰਗ ਦੇ ਵਿੱਚ ਆਈ saw the influence of the foreign power, and as a Canadian citizen I refuse to be part of that elite group where it is driven by the agenda set up by some foreign power, and I draw that power from the Constitution of India, Constitution of Canada. ਸੋ ਇਸ ਕਰਕੇ ਉਹ ਜਿਹੜਾ ਮੈਨੂੰ ਜਿਹੜੀ ਚੀਜ਼ ਦਾ ਪਤਾ ਹੈ, ਮੈਂ ਜਸਪਾਲ ਹੁਣਾਂ ਨੇ ਆਉਣਾ ਹੈਗਾ ਤੁਹਾਨੂੰ, ਉਹਨਾਂ ਨਾਲ ਮੈਂ ਸ਼ੇਅਰ ਵੀ ਕੀਤੀ ਹੋਈ ਆ, ਠੀਕ ਹੈ ਜੀ। ਤੇ ਫਿਰ ਜਿਹੜਾ ਹੈਗਾ ਇਹ ਜਿਹੜੇ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਮੇਰੀ ਫਸਟ ਹੈਂਡ ਇਨਫੋਰਮੇਸ਼ਨ ਹੈ ਕਿ ਜਦੋਂ ਮੈਨੂੰ ਪਹਿਲੀ ਵਾਰੀ ਇਹਨਾਂ ਨੇ ਬੁਲਾਇਆ ਤਾਂ ਉਹ ਜਿਹੜੀ ਡੇਟਾਬੇਸ ਦੇ ਵਿੱਚ ਕਿਤੇ ਮੇਰਾ ਨਾਂ ਇਹਨਾਂ ਕੋਲ ਰਹਿ ਗਿਆ, ਠੀਕ, ਕਿਉਂਕਿ ਮੈਂ ਤਾਂ ਉਹਦੇ ਵਿੱਚ ਨਹੀਂ ਆਇਆ, ਡੇਟਾਬੇਸ ਨਾਂ ਰਹਿ ਗਿਆ। ਜਦੋਂ ਇਹ ਆਪਸ ਵਿੱਚ ਹੀ ਕਮਿਊਨੀਕੇਸ਼ਨ ਕਰਦੇ ਨੇ ਅਬਾਊਟ Punjabi politicians and especially Sikh politicians, especially when they talk about 1984. This is the group which is a openly denier of genocide in 1984. ठीक है, ਇਹਨਾਂ ਦੀ ਜਿਹੜੀ ਲੈਂਗੁਏਜ it was so disturbing ਜਦੋਂ ਇਹਨਾਂ ਨੇ ਆਪਸ ਵਿੱਚ ਇੱਕ ਪੀਸ ਕਮਿਊਨੀਕੇਟ ਕੀਤਾ, ਜਦੋਂ ਮਿਸ ਆਪਣੇ ਮੱਲੀ ਸਾਹਿਬ ਦੀ ਡਾਟਰ ਨੇ ਜਿਹੜੇ MLA ਸੀਗੇ ਉਹਨਾਂ ਨੇ ਉਹ ਜਦੋਂ ਬਿੱਲ ਲੈ ਕੇ ਆਂਦਾ, ਉਹ ਜਿਹੜੀ ਇੰਨੀ ਮਾੜੀ ਲੈਂਗੁਏਜ ਯੂਜ਼ ਕੀਤੀ ਸੀ। ਤੁਸੀਂ ਇੱਕ ਜਿਹੜੇ ਬੰਦੇ ਨੇ ਉਹਨਾਂ ਨੂੰ ਤੁਸੀਂ ਗੂਨਸ ਕਹਿਣਾ, ਉਹਨਾਂ ਨੂੰ ਟੈਰਰਿਸਟ ਕਹਿਣਾ, ਉਹਨਾਂ ਨੂੰ ਇਹ ਕਹਿਣਾ, ਉਹ ਇਹ ਅੰਦਰਲੀ ਉਹਨਾਂ ਦੀ ਬਣਤ ਰਹੀ ਹੈ, ਠੀਕ ਹੈ। ਬਾਹਰੋਂ ਬਹੁਤ ਬੰਦਿਆਂ ਨੂੰ ਨਹੀਂ ਪਤਾ ਹੁੰਦਾ, ਬਾਹਰੋਂ ਤਾਂ ਉਸ ਤਰ੍ਹਾਂ ਹੁੰਦਾ, ਇਸੇ ਕਰਕੇ ਭਾਟੀਆ ਸਾਹਿਬ ਨੂੰ ਵੀ ਸ਼ਾਇਦ ਨਹੀਂ ਪਤਾ ਸੀ। ਤਾਂ ਹੀ ਮੈਂ ਜਿਹੜੇ ਕਮਿਊਨਿਟੀ ਦੇ ਸਿਰ ਕੱਟ ਬੰਦੇ ਨੇ ਨਾ, ਜਿਹੜੇ ਉਹਨਾਂ ਨੂੰ ਜਿਹੜਾ ਗ੍ਰਾਸ ਰੂਟ ਹੈ ਜਾਂ ਜਿਹੜੇ ਕਮਿਊਨਿਟੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਉੱਤੇ ਨਜ਼ਰ ਰੱਖਦੇ ਨੇ ਤੇ ਉਹ ਦਲੇਰੀ ਦੇ ਨਾਲ ਉਹਨੂੰ ਆਰਟੀਕੂਲੇਟ ਵੀ ਕਰਦੇ ਨੇ, ਡਰ ਤੋਂ ਬਗੈਰ ਕਰਦੇ ਨੇ, ਉਹਨਾਂ ਦੇ ਨਾਲ ਥੋੜਾ ਜਿਹਾ ਵਾਰਤਾ ਜਿਹੜੀ ਰੱਖਣੀ ਚਾਹੀਦੀ ਹੈ, ਕੰਟੀਨਿਊਸ ਰਿਲੇਸ਼ਨਸ਼ਿਪ, ਕਿਉਂਕਿ ਉਹਨਾਂ ਦਾ ਨਾਮ ਇੰਨਾ ਵੱਡਾ ਹੈ ਨੈਬ ਭਾਟੀਆ ਦਾ, ਉਹ ਕਿਸੇ ਵੀ ਬੰਦੇ ਨੂੰ ਨਾਰਥ ਅਮਰੀਕਾ 'ਚ ਫੋਨ ਕਰਨਗੇ, ਦੇ ਵਿਲ ਐਕਚੁਅਲੀ ਗਿਵ ਦੇਅਰ ਵਿਊ ਵੀ ਮੈਂ ਇਸ ਬਾਰੇ ਆਹ ਸੋਚਦਾ ਨਾ। ਸੋ ਦੈਨ ਯੂ ਬਿਕਮ ਏ ਵੈਰੀ ਬਿਗ, ਤੁਹਾਡੀ ਜਿਹੜੀ ਰਿਸਪੋਂਸੀਬਿਲਿਟੀ ਬਹੁਤ ਵੱਡੀ ਹੋ ਜਾਂਦੀ ਹੈ। ਇਸ ਕਰਕੇ ਪਰ ਇਹ ਵੀ ਉਹਨਾਂ ਨੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ। ਮੈਂ ਉਹਨਾਂ ਨੂੰ ਜਦੋਂ ਉਹ 6:30 ਦੇ ਉੱਤੇ ਆਇਆ ਵੀ ਤੇ 6:30 PM ਦੇ ਉੱਤੇ ਅਨਾਊਂਸ ਕੀਤਾ, ਮੈਂ ਉਹਨਾਂ ਨੂੰ ਬੜਾ ਪੋਲਾਈਟਲੀ ਸੋਹਣਾ ਮੈਸੇਜ ਦਿੱਤਾ। ਉਹਨਾਂ ਨੇ ਰਾਈਟ ਵੇ ਮੈਨੂੰ ਕਾਲ ਕੀਤਾ, ਉਹਨਾਂ ਨੇ ਰਾਈਟ ਵੇ ਮੈਨੂੰ ਪੁੱਛਿਆ ਵੀ ਕੀ ਕਰਨਾ ਚਾਹੀਦਾ, ਤੇ ਮੈਂ ਕਿਹਾ ਵੀ ਇਹਦਾ ਇਹੀ ਹੈ ਵੀ ਤੁਸੀਂ ਨਾ ਇਹਨੂੰ ਰਿਟਰਨ ਕਰਨ ਦਾ ਪ੍ਰੋਸੈਸ ਜਿਹੜਾ ਸਟਾਰਟ ਕਰ ਦਿਓ। ਤੇ ਉਹਨਾਂ ਨੇ ਬਹੁਤ ਮੈਨੂੰ ਪੋਲਾਈਟਲੀ ਉਸੇ ਵਕਤ ਹੀ ਕਹਿਤਾ ਵੀ ਮੈਂ ਕਰ ਦੇਣਾ, ਤੇ ਉਹਨਾਂ ਨੇ ਫਿਰ ਆਪਣਾ ਇੱਕ ਦਿਨ ਲਾ ਕੇ ਤੇ ਇਹ ਜਿਹੜਾ ਸਟਾਰਟ ਕੀਤਾ, ਤੇ ਇਹ ਬਹੁਤ ਵਧੀਆ ਕੀਤਾ। ਉਹਦੇ ਵਿੱਚ ਉਹਨਾਂ ਦੀ ਜਿਹੜੀ ਚੰਗਿਆਈ ਹੈ, ਅਛਿਆਈ ਹੈ, ਜਿਹੜੀ ਕਮਿਊਨਿਟੀ ਪ੍ਰਤੀ ਉਹ ਕਹਿੰਦੇ ਨੇ ਅਸੀਂ ਮੈਂ ਜੋੜ ਨਾ ਕਰਨਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਦੀ ਐਕਸ਼ਨ ਦੇ ਵਿੱਚ ਦੀ ਦਰਸਾਉਂਦੀਆਂ ਨੇ। ਉਦੋਂ ਪਹਿਲਾਂ ਉਹ ਜਿਹੜੀ ਗੱਲ ਹੋਈ ਹੈ ਉਹ ਟੋਟਲੀ, ਕਿਉਂਕਿ ਕਈ ਬੰਦੇ ਪੋਲੀਟੀਕਲੀ ਇੰਨੇ ਨਹੀਂ ਇਨਵੋਲਵ ਹੁੰਦੇ, ਨਹੀਂ ਉਸ ਤਰੀਕੇ ਨਾਲ ਦੇਖਦੇ, ਤਾਂ ਹੀ ਹੁੰਦਾ ਵੀ ਇਟਸ ਬੈਟਰ ਟੂ ਹੈਵ ਏ ਗਰੁੱਪ ਆਫ ਐਡਵਾਈਜ਼ਰਸ with you, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਕੇ ਇਹ ਸਟੈਪ ਲਓ। But I think this has been sorted out very nicely, and I'm very proud of him, and also I'm very proud of him as a friend, that he has listened to the voice of the community. He has listened to the sentiment of the community. That shows he is actually connected with people. Right. ਬਾਬਾ ਜੀ, ਤੁਹਾਡੇ ਕੋਲ ਮੈਂ ਵੈਸੇ ਬੇਸ਼ੱਕ ਭੂਮਿਕਾ ਦੇ ਰੂਪ ਦੇ ਵਿੱਚ ਅਰੋੜਾ ਸਾਹਿਬ ਨੇ ਔਰ ਧਾਲੀਵਾਲ ਸਾਹਿਬ ਨੇ ਵੀ ਕਾਫੀ ਇਨਫੋਰਮੇਸ਼ਨ ਸਾਂਝੀ ਕਰ ਦਿੱਤੀ ਹੈ, ਬਟ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਅਗਰ ਤੁਸੀਂ ਵੀ ਆਪਣੇ ਓਪਨਿੰਗ ਰਿਮਾਰਕਸ ਦੇਣੇ ਚਾਹੋ ਤਾਂ ਫਿਰ ਮੈਂ ਅਗਲੇ ਸਵਾਲ ਤੇ ਚੱਲਦਾ। ਦੇਖੋ ਹਰਜਿੰਦਰ ਜੀ, ਜਿਹੜੀ ਇਹ ਸੰਸਥਾ ਆ ਕੈਨੇਡਾ ਇੰਡੀਆ ਫਾਊਂਡੇਸ਼ਨ, ਇਹਦੀ ਸਥਾਪਨਾ 2009 ਦੇ ਵਿੱਚ ਹੋਈ ਸੀਗੀ। ਉਸ ਵੇਲੇ ਇੱਕ ਗਰੁੱਪ ICCC ਕੰਮ ਕਰਦਾ ਸੀ, ਜਿਹੜਾ ਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਵਪਾਰ ਆ ਜਾਂ ਇਹਨਾਂ ਦੇ ਵਿੱਚ ਮੇਲ ਵਧਾਉਣ ਲਈ ਕੰਮ ਕਰਦਾ ਸੀਗਾ। ਉਸ ਵੇਲੇ ਕੈਨੇਡਾ ਵਿੱਚ ਟੋਰਾਂਟੋ ਵਿੱਚ ਕੌਂਸਲ ਜਨਰਲ ਮਨਚੰਦਾ ਹੁਣੀ ਹੁੰਦੇ ਸੀ, ਨੇ ਇੱਕ ਐਲੀਟ ਗਰੁੱਪ, ਜਿਵੇਂ ਹੈਰੀ ਭਾਜੀ ਮੈਨੂੰ ਲੱਗਦਾ ਸ਼ਾਇਦ ਕੁਝ ਮੀਟਿੰਗ 'ਚ ਪਹਿਲਾਂ ਗਏ ਵੀ, ਮੇਰੀ ਇਹਨਾਂ ਨਾਲ ਗੱਲ ਹੋਈ ਵੀ ਸੀਗੀ, ਤੇ ਉਹਨਾਂ ਨੇ ਮਨਚੰਦਾ ਉਹਨਾਂ ਨੇ ਇੱਕ ਗਰੁੱਪ ਕ੍ਰੀਏਟ ਕੀਤਾ ਸੀਗਾ, ਜਿਹੜਾ ਕਿ ਉਹਨਾਂ ਨੇ
ਇਸ ਗਰੁੱਪ ਵਿੱਚੋਂ ਉਹਨਾਂ ਨੇ ਇਹ ਜਿਹੜੇ ਵੱਡੇ ਬਿਜ਼ਨਸਮੈਨ ਸੀ, ਕੁਝ ਉਹਨਾਂ ਨੇ ਬਹੁਤ ਵੱਡੀ ਫੀਸ ਰੱਖ ਕੇ, ਰਕਮ ਰੱਖ ਕੇ ਤਿਆਰ ਕੀਤਾ ਸੀ, ਜਿਹਦਾ ਗੋਲ ਉਹੀ ਜੋ ਮੈਂਡੇਟ ਹੈ ਗਰੁੱਪ ਦਾ, ਅਰੋੜਾ ਸਾਹਿਬ ਦੱਸ ਹੀ ਚੁੱਕੇ ਆ, ਉਹਦੇ ਲਈ ਤਿਆਰ $25,000 ਸੀ ਜੀ। ਹਾਂਜੀ ਹਾਂਜੀ। ਤੇ ਉਹਦੇ ਵਿੱਚ ਉਹਨਾਂ, ਜਿਵੇਂ ਇਹਨਾਂ ਨੇ ਕਿਹਾ ਹੀ ਆ ਕਿ ਗਰੁੱਪ ਨੂੰ ਕ੍ਰੀਏਟ ਕਰਨ ਪਿੱਛੇ ਜੋ ਹੈਰੀ ਭਾਜੀ ਉਹਨਾਂ ਨੇ ਕਿਹਾ ਆ, ਐਜ਼ ਅ ਕੈਨੇਡੀਅਨ ਸਾਨੂੰ ਸ਼ਾਇਦ ਇਸ ਗੱਲ ਦਾ ਪਤਾ, ਬਹੁਤ ਲੋਕਾਂ ਨੂੰ ਨਾ ਹੋਊਗਾ, ਉਹਦੇ ਪਿੱਛੇ ਸਾਰਾ ਜੋ ਜਿਹੜਾ ਇਹਦੇ ਪਿੱਛੇ ਜੋ ਵੀ ਪ੍ਰੈਪਰੇਸ਼ਨ ਸੀ, ਜੋ ਵੀ ਤਿਆਰੀ ਸੀ, ਜੋ ਵੀ ਦਿਮਾਗ ਸੀ, ਉਸ ਵੇਲੇ CGI ਮਨਚੰਦਾ ਹੋਣਾ ਦਾ ਸੀਗਾ। ਖੈਰ ਸਮਾਂ ਬੀਤਦਾ ਗਿਆ, ਆਰਗੇਨਾਈਜੇਸ਼ਨ ਪਹਿਲਾਂ ਛੋਟੀ ਸੀਗੀ, ਫਿਰ ਥੋੜੀ ਵੱਡੀ ਹੁੰਦੀ ਗਈ, ਕਈ ਫੰਕਸ਼ਨਸ ਵੀ ਕਰਾਉਂਦੀ ਰਹੀ ਹੈ ਤੇ ਵੱਡੇ ਫੰਕਸ਼ਨਸ ਕਰਾਏ ਨੇ, ਤੇ ਬਹੁਤ ਸਿਰ ਕੱਢ ਦੁਨੀਆ ਦੀਆਂ ਸ਼ਖਸੀਅਤਾਂ ਇਹਨਾਂ ਦੇ ਫੰਕਸ਼ਨਸ ਆਈਆਂ ਆ। ਮਨਟੇਕ ਸਿੰਘ ਆਲੂਵਾਲੀਆ ਤੋਂ ਲੈ ਕੇ ਹੋਰ ਬਹੁਤ, ਜ਼ੀ TV ਦੇ ਸੁਭਾਸ਼ ਚੰਦਰ ਵੀ ਆਏ ਨੇ, ਹੋਰ ਬਾਬਾ ਰਾਮਦੇਵ, ਦੁਨੀਆ ਦੀ ਬਹੁਤ ਸਿਰ ਕੱਢ ਪਰਸਨੈਲਿਟੀਜ਼ ਆਈਆਂ ਆ। ਤੇ ਚੋਪੜਾ ਉਸ ਵੇਲੇ ਇਸ ਆਰਗੇਨਾਈਜੇਸ਼ਨ ਦੀ ਥੋੜ੍ਹਾ ਜਿਹਾ, ਜਿਵੇਂ ਕਿ ਮੈਨੂੰ ਵੀ ਬੜਾ ਦੁੱਖ ਲੱਗਾ ਜਦੋਂ ਬੀਬੀ ਮੱਲੀ ਹੁਣਾਂ ਨੇ ਆਪਣਾ ਉਹ ਮੋਸ਼ਨ ਲਿਆਂਦਾ ਸੀਗਾ, ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਸੋਸ਼ਲ ਮੀਡੀਆ ਦੇ ਵਿੱਚ ਜਾਂ ਆਪਣੀ ਚਿੱਠੀਆਂ ਦੇ ਵਿੱਚ, ਜਿਹੜੀ ਚਿੱਠੀ ਲੀਕ ਹੋ ਗਈ, ਜਿਹੜੀ ਡਿਸਟਰੀਬਿਊਟ ਕੀਤੀ ਗਈ, ਜਿਹਦਾ ਕਿ ਬਹੁਤ ਉਸ ਵੇਲੇ ਵੀ ਲੋਕਾਂ ਨੇ ਕੰਡੈਮ ਕੀਤਾ ਸੀਗਾ, ਤੇ ਬੜੀ ਨਿੰਦਣਯੋਗ ਭਾਸ਼ਾ ਵਰਤੀ ਗਈ ਸੀਗੀ ਇਲੈਕਟਡ ਰੈਪਰੈਜ਼ੈਂਟੇਟਿਵਸ ਦੇ ਵਾਸਤੇ। ਫਿਰ ਹਰਜਿੰਦਰ ਜੀ, ਇੱਕ ਇਹਨਾਂ ਦੀ ਗਾਂ ਇੱਕ ਇਹ ਵੀ ਰਿਹਾ ਆ, ਇਹਨਾਂ ਦਾ ਤੁਸੀਂ ਲਾ ਲਓ ਆਰਗੇਨਾਈਜੇਸ਼ਨ ਦਾ ਪਾਲਿਸੀ ਲਾ ਲਓ ਕਿ ਅਗਰ ਕੋਈ ਵੀ ਇਲੈਕਟਡ ਰੈਪਰੈਜ਼ੈਂਟੇਟਿਵ ਕੈਨੇਡਾ ਦਾ 1984 ਦੇ ਜੋ ਜੈਨੋਸਾਈਡ ਆ, ਜੋ ਕਤਲੇਆਮ ਆ, ਉਹਦੇ ਪ੍ਰਤੀ ਕੋਈ ਟਿੱਪਣੀ ਕਰਦਾ ਆ ਜਾਂ ਉਹਦੇ ਪ੍ਰਤੀ ਕੋਈ ਸਟੈਂਡ ਲੈਂਦਾ ਆ, ਇਹ ਉਹਨੂੰ ਬਿਲਕੁਲ ਨਕਾਰ ਦਿੰਦੇ ਆ ਤੇ ਉਹਨੂੰ ਗਾਂ ਸਾਧਦੇ ਨਹੀਂ ਹੈਗੇ। ਪਰ ਆਰਗੇਨਾਈਜੇਸ਼ਨ ਵਿੱਚ ਪੈਸੇ ਦੀ ਕਮੀ ਨਾ ਹੋਣਾ, ਚੰਗੀ ਫੰਡ ਰੇਜ਼ਿੰਗ ਆ। ਪਿਛਲੇ ਸਾਲ ਸਟੀਵਨ ਹਾਰਪਰ ਹੁਣਾਂ ਨੂੰ ਇਹਨਾਂ ਨੇ ਸੱਦਿਆ ਸੀ, ਤੇ ਉਸੇ ਸਟੇਜ ਤੇ ਸਟੀਵਨ ਹਾਰਪਰ ਹੁਣਾਂ ਨੇ ਵੀ ਜਿਹੜਾ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਸੀ, ਜਿੱਥੇ ਉਹਨਾਂ ਨੇ ਇਹ ਗੱਲ ਕੀਤੀ ਸੀ ਖਾਲਿਸਤਾਨੀਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੈਗੀ, ਉਹ ਜਦੋਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਕੈਨੇਡਾ ਦੀ ਇਲੈਕਸ਼ਨ ਵਿੱਚ ਕੋਈ ਖਾਲਿਸਤਾਨ ਲਈ ਖੱਲ ਵੀ ਨਹੀਂ ਸੀਗੀ, ਪਰ ਪਤਾ ਨਹੀਂ ਕਿਹੜੇ ਪ੍ਰੈਸ਼ਰ ਹੇਠਾਂ ਜਿੱਥੇ ਉਹਨਾਂ ਨੂੰ ਸਟੈਂਡਿੰਗ ਓਵੇਸ਼ਨ ਵੀ ਦਿੱਤੇ ਗਏ। ਤੇ ਗਾਂ ਵੀ ਮੈਂ ਤੁਹਾਨੂੰ ਦੱਸਦਾ ਹਰਜਿੰਦਰ ਜੀ, ਇਸ ਵੇਲੇ ਇਸ ਸੰਸਥਾ ਦੇ ਜਿਹੜੇ ਪ੍ਰਧਾਨ ਸਤੀਸ਼ ਠੱਕਰ, ਮੈਂ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਣਦਾ ਹਾਂ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਮੈਨੂੰ ਇੱਕ ਵਾਰੀ ਸਾਨੂੰ ਇਕੱਠਿਆਂ ਨੂੰ ਭਾਰਤ ਜਾਣ ਦਾ ਵੀ ਮੌਕਾ ਮਿਲਿਆ ਸੀ। ਆਈ ਹੈਵ ਟਰੈਵਲਡ ਵਿਦ ਹਿਮ ਐਜ਼ ਵੈਲ, ਤੇ ਮੈਂ ਉਹਨਾਂ ਦੇ ਸਿੰਸੈਰਿਟੀ ਨੂੰ ਹੋਰ ਕਦੀ ਉਹਨਾਂ ਦੇ ਕੁਐਸਚਨ ਨਹੀਂ ਕਰਾਂਗਾ, ਤੇ ਮੈਂ ਉਹਨਾਂ ਨੂੰ ਬੜੇ ਸਾਊ ਸੁਭਾਅ ਦੇ ਇਨਸਾਨ ਸਮਝਦਾ ਵਾਂ। ਤੇ ਪਰ ਜਿਹੜੀ ਆਰਗੇਨਾਈਜੇਸ਼ਨ ਦੇ ਪਿੱਛੇ ਬਣਤਰ ਆ, ਆਰਗੇਨਾਈਜੇਸ਼ਨ ਨੂੰ ਕੰਮ ਕਿਵੇਂ ਕਰਨਾ ਹੈ, ਉਹ ਇੱਕ ਬੰਦਾ ਨਹੀਂ ਕਰਦਾ, ਉਹਦੇ ਪਿੱਛੇ ਬਹੁਤ ਲੋਕ ਹੁੰਦੇ ਆ, ਬਹੁਤ ਦਿਮਾਗ ਹੁੰਦੇ ਆ। ਸੋ ਉਹ ਉਹਨਾਂ ਦਾ ਜਿਹੜਾ ਹੈਗਾ ਆ, ਉਹ ਭਾਰਤ ਦੇ ਨਾਲ ਮੇਲ ਜੋਲ ਵਧਾਉਣਾ, ਭਾਰਤ ਦੇ ਨਾਲ ਟ੍ਰੇਡ ਵਧਾਉਣਾ, ਮੈਂ ਉਹਦੇ ਖਿਲਾਫ ਨਹੀਂ ਹੈਗਾ, ਨਾ ਹੀ ਮੈਨੂੰ ਲੱਗਦਾ ਆਪਣਾ ਕੋਈ ਹੋਰ ਪੈਨਲਿਸਟ ਹੋਏਗਾ। ਪਰ ਜਿਸ ਤਰ੍ਹਾਂ ਇੱਕ ਇਸ਼ੂ ਆ ਜਿਹੜਾ 84 ਦਾ ਜਾਂ ਕੋਈ, ਉਹ ਤੇ ਟਿੱਪਣੀ ਕਰਨੀ। ਤੇ ਹੁਣ ਮੈਂ ਮੰਨਦਾ ਆ ਹਰਜਿੰਦਰ ਜੀ, ਜਦੋਂ ਕੈਨੇਡਾ ਦੇ ਵਿੱਚ ਇਸ ਵੇਲੇ ਇੱਥੇ ਜ਼ਿਆਦਾਤਰ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਆ, ਕਿਸਾਨੀ ਪ੍ਰੋਟੈਸਟ ਚੱਲ ਰਿਹਾ ਆ, ਉਸ ਵੇਲੇ ਵੀ ਜਿਹੜੀ ਕੱਲ ਵੀ ਨੈਬ ਪਾਰਟੀਆਂ ਉਹਨਾਂ ਨੇ ਜਿਹੜਾ ਆਪਣਾ ਅਵਾਰਡ ਵਾਪਸ ਕੀਤਾ ਆ, ਜਿਹੜੇ ਉਹਨਾਂ ਨੇ ਕਾਰਨ ਦੱਸੇ ਆ ਕਿ ਮੇਰੇ ਕੋਲ ਦੁੱਖ ਦਰਦ ਨਹੀਂ ਦੇਖ ਹੋ ਰਿਹਾ ਆਪਣੇ ਭੈਣ ਭਰਾਵਾਂ ਦਾ ਪੰਜਾਬ ਦੇ ਵਿੱਚ ਜਿਹੜੇ ਬੈਠੇ ਆ, ਤੇ ਜਿਹੜਾ ਉਹਨਾਂ ਨੇ ਆਪਣੇ ਪਿਤਾ ਜੀ ਦੇ ਬਾਰੇ ਖਾਸ ਟਿੱਪਣੀ ਕੀਤੀ ਕਿ ਉਹਨਾਂ ਦੇ ਗਲ ਦੇ ਵਿੱਚ ਟਾਇਰ ਪਾ ਦਿੱਤਾ ਗਿਆ ਸੀ, ਜਿਹੜੇ ਉਹਨਾਂ ਦੇ ਬੜੀ ਇਮੋਸ਼ਨਲ ਲੈਟਰ ਹੈ, ਜਿਹੜੀ ਲੱਗਦਾ ਉਹਨਾਂ ਨੇ ਆਪਣੇ ਢਿੱਡੋਂ ਜਿਹੜੇ ਉਹਨਾਂ ਦੇ ਅਸਲੀ ਅਰਮਾਨ ਆ ਉਹ ਲੋਕਾਂ ਸਾਹਮਣੇ ਪੇਸ਼ ਕਰ ਦਿੱਤੇ ਆ। ਸੋ ਮੈਂ ਨੈਬ ਪਾਰਟੀ ਉਹਨਾਂ ਨੂੰ ਇਸ ਲਈ ਵਧਾਈ ਵੀ ਦਿੰਦਾ ਆ। ਗੁੱਸੇ ਗਿਲੇ ਪਹਿਲਾਂ ਸੀਗੇ, ਸਾਨੂੰ ਵੀ ਸੀਗੇ, ਸੋਸ਼ਲ ਮੀਡੀਆ ਤੇ ਅਸੀਂ ਵੀ ਟਿੱਪਣੀਆਂ ਕੀਤੀਆਂ ਆ, ਕਿਉਂਕਿ ਜੇ ਤੇ ਤੁਹਾਨੂੰ ਬਹੁਤ ਪਿਆਰ ਹੋਵੇ, ਜਿਹਨਾਂ ਤੁਹਾਡਾ ਬਹੁਤ ਸਤਿਕਾਰ ਹੋਵੇ, ਗੁੱਸਾ ਗਿਲਾ ਵੀ ਉਹਦੇ ਖਿਲਾਫ ਹੀ ਹੁੰਦਾ ਆ। ਪਰ ਨੈਬ ਪਾਰਟੀਆਂ ਉਹਨਾਂ ਨੇ, ਕਿਉਂਕਿ ਆਈਕਨ ਆ, ਜਿਵੇਂ ਸਹੀ ਸ਼ਬਦ ਵਰਤਿਆ ਸੀਗਾ ਅਰੋੜਾ ਜੀ ਨੇ, ਆਈਕਨ ਹੋਣ ਦੇ ਨਾਤੇ ਸਾਨੂੰ ਉਹ ਤੇ ਬੜਾ ਮਾਣ ਆ। ਖਾਸ ਕਰਕੇ ਜਿਹੜੇ ਸਾਲ ਰੈਪਟਰਸ ਨੇ ਚੈਂਪੀਅਨਸ਼ਿਪ ਜਿੱਤੀ ਆ, ਜਿੱਦਾਂ ਉਹਦੀ ਪਗੜੀ ਤੇ ਅਟੈਕ ਹੋਇਆ ਸੀਗਾ ਮਿਲਵਾਕੀ ਦੇ ਵਿੱਚ, ਤੇ ਜਿਵੇਂ ਉਹਨਾਂ ਨੇ ਹੈਂਡਲ ਕੀਤਾ, ਤੇ ਅਮਰੀਕਾ ਦੇ ਵਿੱਚ ਜੇ ਬਹੁਤ ਗਿਣਤੀ ਲੋਕ ਜਾਣਦੇ ਨਹੀਂ ਸੀ ਕਿ ਸਿੱਖ ਧਰਮ ਵੀ ਆ ਤੇ ਪਗੜੀ ਦੀ ਕੀ ਮਹੱਤਤਾ ਆ, ਉਹ ਲੋਕਾਂ ਨੂੰ ਪਤਾ ਲੱਗੀ। ਉਹ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਪੈਣਾ। ਐਟ ਦ ਸੇਮ ਟਾਈਮ ਮੈਂ ਹੈਰੀ ਭਾਜੀ ਦੀ ਗੱਲ ਨਾਲ ਸਹਿਮਤ ਹਾਂ। ਨੈਬ ਪਾਰਟੀਆਂ ਹੁਣੀ ਜਿੱਥੇ ਸਮਾਜਿਕ ਕੰਮ ਕਰਦੇ ਆ, ਜਿੱਥੇ ਉਹ ਹੋਰ ਚੀਜ਼ਾਂ 'ਚ ਇਨਵੋਲਵ ਆ, ਬਿਜ਼ਨਸ 'ਚ ਬਹੁਤ ਚੀਜ਼ਾਂ 'ਚ ਇਨਵੋਲਵਡ ਆ, ਪਰ ਉਹ ਮੈਂ ਕਦੀ ਦੇਖਿਆ ਕਿ ਉਹ ਜ਼ਿਆਦਾ ਪੋਲੀਟੀਕਲੀ ਇਨਵੋਲਵ ਨਹੀਂ ਹੁੰਦੇ। ਉਹ ਨੌਨ ਪੋਲੀਟੀਕਲ ਪਰਸਨ ਹੀ ਮੈਂ ਉਹਨੂੰ ਮੰਨਦਾ ਆ, ਤੇ ਨਾ ਹੀ ਮੈਂ ਉਹਨੂੰ ਐਜ਼ ਐਨ ਐਕਟਿਵਿਸਟ ਮੰਨਦਾ ਆ। ਹਾਂ, ਧਾਰਮਿਕ ਸੱਜਣ ਆ, ਕਮਿਊਨਿਟੀ ਦੇ ਆਈਕਾਨ ਨੇ, ਤੇ ਇੱਥੇ ਹੀ ਮੈਨੂੰ ਲੱਗਦਾ ਕਿਤੇ ਮਾਰ ਖਾ ਗਏ ਉਹ, ਕਿਉਂਕਿ ਉਹਨਾਂ ਦੀ ਇਹਨਾਂ ਚੀਜ਼ਾਂ ਵਿੱਚ ਜ਼ਿਆਦਾ ਦਿਲਚਸਪੀ ਨਾ ਹੋਣਾ। ਅਗਰ ਪਹਿਲਾਂ ਹੀ ਹੁੰਦੀ ਉਹ ਸ਼ਾਇਦ ਨਾ ਹੁੰਦਾ, ਪਰ ਫਿਰ ਵੀ ਸਾਨੂੰ
ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਆ। ਜਿਸ ਤਰ੍ਹਾਂ ਉਹਨਾਂ ਨੇ ਅਵਾਰਡ ਜਿਹੜਾ ਸੀ ਉਹਨੂੰ ਵਾਪਸ ਕੀਤਾ ਆ। ਮੈਂ ਤੁਸੀਂ ਜਾਣਦੇ ਬਹੁਤ ਵੱਡੀਆਂ ਸ਼ਖਸੀਅਤਾਂ ਉਸ ਅਵਾਰਡ ਨੂੰ ਲੈ ਚੁੱਕੀਆਂ ਆ, ਤੇ ਉਹ ਇਹ ਵੀ ਕਹਿ ਸਕਦੇ ਸੀ ਮੈਂ ਵਾਪਸ ਨਹੀਂ ਕਰਨਾ, ਪਰ ਉਹਨਾਂ ਨੇ ਕੀਤਾ ਆ ਤੇ ਉਹਨਾਂ ਨੇ ਭਾਈਚਾਰੇ ਦੀ ਇੱਜ਼ਤ ਵਧਾਈ ਆ। ਰਜਿੰਦਰ ਜੀ, ਮੇਰੀ ਇੱਕ ਗੱਲ ਯਾਦ ਰੱਖਣਾ, ਅਵਾਰਡ ਲੈ ਕੇ ਤਾਂ ਉਹਨਾਂ ਨੇ ਇੱਕ ਸਾਲ 'ਚ ਭੁੱਲ ਜਾਣਾ ਸੀ ਕਿਹਨੇ ਮਿਲਿਆ ਆ, ਪਰ ਜਿਹੜੇ ਉਹਨਾਂ ਨੇ ਅਵਾਰਡ ਵਾਪਸ ਕੀਤਾ ਆ ਨਾ, ਇਹ ਆਉਂਦੇ ਸਾਲਾਂ ਵਿੱਚ ਲੋਕੀ ਨੈਬ ਪਾਰਟੀਆਂ ਦੀ ਗੱਲ ਕਰਿਆ ਕਰ। ਐਕਚੁਅਲੀ ਇੱਥੇ ਨਾ ਜੀ ਆਪਾਂ 2-3 ਪੁਆਇੰਟਸ ਜਿਹੜੇ ਤੁਹਾਡੀ ਗੱਲਬਾਤ ਦੇ ਵਿੱਚੋਂ ਧਾਲੀਵਾਲ ਸਾਹਿਬ ਦੀ ਗੱਲ ਚੋਂ ਵੀ ਮੈਂ ਅੱਗੇ ਕੈਰੀ ਕਰਨੇ ਚਾਹਾਂਗਾ, ਜਿੱਥੇ ਅਸੀਂ ਅਵਾਰਡ ਦੇਣਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਇੱਕ ਸਿੰਬੋਲੀਕਲ ਤੌਰ ਦੇ ਉੱਤੇ ਜਿਹੜਾ ਇਹ ਇੱਕ ਬਹੁਤ ਵੱਡਾ ਜੈਸਚਰ ਜਾਂਦਾ ਜਿਹੜਾ ਹੱਕ 'ਚ ਔਰ ਵਿਰੋਧ 'ਚ ਦੋਨੇ ਪਾਸੇ ਹੀ ਭੁਗਤਦਾ। ਸੋ ਇਹਦੀ ਗੱਲ ਵੀ ਕਰਾਂਗੇ, ਪਰ ਮੈਂ ਇੱਕ ਵਾਰ ਫਿਰ ਬਰੀਫ ਕਰਨਾ ਚਾਹਾਂਗਾ ਅਰੋੜਾ ਸਾਹਿਬ, ਮੈਂ ਜ਼ਰੂਰ ਚਾਹਾਂਗਾ ਅਸੀਂ ਸਾਡੇ ਕੁਝ ਸਰੋਤੇ ਇਹੋ ਜਿਹੇ ਵੀ ਹੋਣਗੇ ਸ਼ਾਇਦ ਜਿਨ੍ਹਾਂ ਨੂੰ ਬਿਲਕੁਲ ਹੀ ਆਈਡੀਆ ਨਾ ਹੋਵੇ ਕਿ ਸਾਡੀ ਸਾਰੀ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਕੀ ਹੋ ਰਹੀ ਹੈ, ਕਿਉਂ ਹੋ ਰਹੀ ਹੈ, ਕਿਹੜੇ ਅਵਾਰਡ ਦੀ ਗੱਲ ਹੋ ਰਹੀ ਹੈ। ਤੁਸੀਂ ਦੱਸੋ ਇਹ ਨੈਬ ਭਾਟੀਆ ਸਾਹਿਬ ਦੇ ਲਈ ਜਿਹੜਾ ਅਵਾਰਡ ਦਿੱਤਾ ਗਿਆ ਉਹ ਕਦੋਂ ਦਿੱਤਾ ਗਿਆ, ਤੇ ਜਿਹੜਾ ਇਹਨਾਂ ਨੇ ਰਿਫਿਊਜ਼ ਕੀਤਾ ਜਾਂ ਉਹਨੂੰ ਵਾਪਸ ਕੀਤਾ ਉਹਦਾ ਥੋੜਾ ਜਿਹਾ ਬਰੀਫ ਕਰੋ। ਹਾਂਜੀ, ਸੋ ਇਹ ਅਵਾਰਡ ਜਿਹੜਾ ਹੈ ਜੀ CIF ਜਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਦਾ ਜਿਹੜਾ ਇਹ ਅਵਾਰਡ ਹੈ, ਇਹਦੇ ਵਿੱਚ ਇੱਕ ਗੱਲ ਸਾਨੂੰ ਸਮਝ ਲੈਣੀ ਪਏਗੀ ਕਿ ਇਹਦੇ ਵਿੱਚ ਕੋਈ ਫਾਈਨੈਂਸ਼ੀਅਲ ਬੈਨੀਫਿਟ ਟੂ ਦ ਰਿਸੀਪੀਐਂਟ ਡਾਇਰੈਕਟਲੀ ਨਹੀਂ ਹੈ, ਜਿਹਨੂੰ ਕਹਿਣਾ ਚਾਹੀਦਾ ਕਿ ਜਿਵੇਂ ਅਵਾਰਡਸ ਵਿੱਚ ਆਮ ਤੌਰ 'ਤੇ ਹੁੰਦਾ ਕਿ ਉਹਨਾਂ ਨੂੰ ਜ਼ਿਆਤੀ ਤੌਰ 'ਤੇ ਕੋਈ ਫਾਈਨੈਂਸ਼ੀਅਲ ਬੈਨੀਫਿਟ ਹੋ ਰਿਹਾ ਹੈ, ਅਜਿਹਾ ਕੁਝ ਨਹੀਂ ਹੈ। ਇਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਬੈਨੀਫਿਟ ਉਹਨਾਂ ਦੀ ਮਰਜ਼ੀ ਮੁਤਾਬਿਕ ਕਿਸੇ ਥਰਡ ਪਾਰਟੀ ਨੂੰ, ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਨੂੰ ਉਹ ਆਪਣੀ ਮਰਜ਼ੀ ਦੀ ਚੈਰਿਟੀ ਨੂੰ ਦੇ ਸਕਦੇ ਨੇ। ਇਹ ਅਜਿਹਾ ਇਸ ਅਵਾਰਡ ਦਾ ਜਿਹੜੀ ਰਾਸ਼ੀ ਹੈ ਉਹ ਕਿਸੇ ਨੂੰ ਕਿਸੇ ਚੰਗੇ ਕੰਮ ਲਈ ਵਰਤ ਸਕਦੇ ਨੇ। ਇਹ 2008 ਤੋਂ ਇਨਫੈਕਟ 9 ਵੀ ਨਹੀਂ ਬਲਕਿ 8 ਤੋਂ ਅਵਾਰਡਸ ਦੇ ਵਿੱਚ ਨੇ। ਐਨੂਅਲ ਗੈਲਾ 'ਚ ਅਵਾਰਡ ਦਿੰਦੇ ਆ ਰਹੇ ਨੇ। ਇਹ ਬੜੇ ਵੱਡੇ ਨਾਂ ਨੇ ਜਿਹਨਾਂ ਨੂੰ ਅਵਾਰਡਸ ਦਿੱਤੇ ਗਏ, ਜਿਸ ਬਾਰ-ਬਾਰ ਹੁਣ ਅਸੀਂ ਜ਼ਿਕਰ ਵੀ ਕਰਦੇ ਰਹੇ ਹਾਂ, ਮਨਟੇਕ ਸਿੰਘ ਆਲੂਵਾਲੀਆ, ਸੈਮ ਪੈਟਰੋਡਾ, ਤੁਲਸੀ ਤਾਂਤੀ, ਬਹੁਤ ਸਾਰੇ ਹੋਰ ਅਜਿਹੇ ਨਾਂ ਨੇ ਜਿਹਨਾਂ ਨੂੰ ਇਹ ਸਟੀਵਨ ਹਾਰਪਰ ਨੂੰ ਵੀ ਦਿੱਤਾ ਗਿਆ ਇਹ ਅਵਾਰਡ। ਤੇ ਕੋਵੇਟਡ ਅਵਾਰਡ ਜਿਹਨੂੰ ਕਹਿਣਾ ਚਾਹੀਦਾ, ਅੰਗਰੇਜ਼ੀ ਦਾ ਜਿਹੜਾ ਅਖਰ ਹੈ ਕੋਵੇਟਡ ਅਵਾਰਡ, ਕਿ ਇਸ ਬੜੀ ਮਾਣ ਮੱਤਾ ਪ੍ਰੈਸਟੀਜੀਅਸ ਅਵਾਰਡ। ਨਵ ਭਾਟੀਆ ਸਾਹਿਬ ਵਾਸਤੇ ਵੀ ਮਾਣ ਵਾਲੀ ਗੱਲ ਸੀ ਕਿ ਕੋਈ ਸੰਸਥਾ ਉਹਨਾਂ ਨੂੰ ਅਵਾਰਡ ਦੇ ਰਹੀ ਹੈ ਇਸ ਕਿਸਮ ਦਾ, ਜਿੱਥੇ ਸਟੀਵਨ ਹਾਰਪਰ ਵਰਗੇ ਲੋਕ ਨਾਲ ਖੜੇ ਨੇ, ਪਰ ਉਸਦੇ ਨਾਲ ਕਿਤੇ ਉਹਦੇ ਵਿੱਚ ਬਾਬਾ ਰਾਮਦੇਵ ਵਰਗੇ ਵੀ ਲੋਕ ਸਨ। ਤੇ ਇਹ ਜਿਹੇ ਅਵਾਰਡ ਕਿਤੇ ਜਦੋਂ ਇਸ ਕਿਸਮ ਦੀ ਜਦੋਂ ਅਵਾਰਡਸ ਹੁੰਦੇ ਨੇ, ਜੇ ਦੋਵਾਂ ਦਾ ਇੱਕ ਰਲਗੱਡ ਹੋ ਜਾਵੇ ਤੇ ਫਿਰ ਬੰਦੇ ਨੂੰ ਸੋਚਣਾ ਉਹਦੀ ਮਜਬੂਰੀ ਹੋ ਜਾਂਦੀ ਹੈ ਕਿ ਯਾਰ ਮੈਂ ਕਿਹਦੇ ਨਾਲ ਖੜਨਾ ਚਾਹੁੰਦਾ, ਮੈਂ ਸੈਮ ਪੈਟਰੋਡਾ ਨਾਲ ਖੜਨਾ ਚਾਹੁੰਦਾ, ਜਾਂ ਮੈਂ ਮਨਟੇਕ ਸਿੰਘ ਆਲੂਵਾਲੀਆ ਨਾਲ ਖੜਨਾ ਚਾਹੁੰਦਾ, ਜਾਂ ਮੈਂ ਬਾਬਾ ਰਾਮਦੇਵ ਦੇ ਨਾਲ ਲਾਈਨ 'ਚ ਖੜਨਾ ਚਾਹੁੰਦਾ। ਇਹ ਸੋਚਣ ਵਾਲੀ ਗੱਲ ਹੋ ਜਾਂਦੀ, ਜਿਹੜਾ ਮਜਬੂਰ ਹੋਣਾ ਹੁੰਦਾ ਹੈ। ਸ਼ਾਇਦ ਇਸੇ ਕਰਕੇ ਇਸ ਸਾਲ ਜਦੋਂ ਅਵਾਰਡ ਅਨਾਊਂਸ ਕੀਤਾ ਗਿਆ, ਹਾਲਾਂਕਿ ਇਹ ਅਵਾਰਡ ਜ਼ਾਹਿਰ ਗੱਲ ਹੈ ਕਿ ਪਹਿਲਾਂ ਹੀ ਇੰਟਰਨਲੀ ਅਨਾਊਂਸ ਕੀਤਾ ਗਿਆ ਸੀ ਰਿਕਾਰਡਿੰਗ ਜਿਹੜੀ ਅਵਾਰਡ ਸੈਰਮਨੀ, ਕਿਉਂਕਿ ਇਸ ਵਾਰ ਡਿਜੀਟਲੀ ਗੈਲਾ ਹੋ ਰਿਹਾ ਸੀਗਾ, ਸੋ ਇਹਨੂੰ ਅਵਾਰਡ ਸੈਰਮਨੀ ਨੂੰ ਪਹਿਲਾਂ ਪ੍ਰੀ ਰਿਕਾਰਡ ਕਰ ਲਿਆ ਗਿਆ ਸੀ। ਸੋ ਨਵ ਭਾਟੀਆ ਜੀ ਜਾਣਦੇ ਸਨ, ਪਰ ਇਹਨੂੰ ਪਬਲਿਕਲੀ ਅਨਾਊਂਸ ਨਹੀਂ ਕੀਤਾ ਗਿਆ। ਜਦੋਂ ਪਬਲਿਕਲੀ ਅਨਾਊਂਸ ਕੀਤਾ ਗਿਆ ਉਹ ਪਿਛਲੇ ਹਫ਼ਤੇ ਦਾ, ਜਦੋਂ ਇਹ ਪਬਲਿਕ ਡੋਮੇਨ ਵਿੱਚ ਇਹ ਗੱਲ ਆਈ, ਉਸ ਤੋਂ ਬਾਅਦ ਹੀ ਲੋਕਾਂ ਨੇ ਪਹਿਲਾਂ ਥੋੜ੍ਹੀ ਦਬੀਆਂ ਸੁਰਾਂ ਤੇ ਫਿਰ ਉੱਚੀ ਆਵਾਜ਼ ਵਿੱਚ ਉਸ ਦੀ ਖਿਲਾਫਤ ਕਰਨੀ ਸ਼ੁਰੂ ਕੀਤੀ। ਖਾਸ ਤੌਰ 'ਤੇ ਜਿਹੜਾ ਇਹਨਾਂ ਦਾ ਸਟੈਂਡ ਹੈ CIF ਦਾ 1984 ਨੂੰ ਦੇ ਕਾਰਨੇਜ ਨੂੰ ਲੈ ਕੇ ਜੋ ਉਹਨਾਂ ਦਾ ਸਟੈਂਡ ਹੈ ਉਸ ਦੇ ਉੱਤੇ ਇਹਨਾਂ ਨੇ ਲੈ ਕੇ ਇਤਰਾਜ਼ ਜ਼ਾਹਿਰ ਕਰਨਾ ਸ਼ੁਰੂ ਕੀਤਾ। ਤੇ ਅਵਾਰਡ ਸੈਰਮਨੀ ਨੂੰ ਜਿਹੜਾ ਸੋਸ਼ਲ ਮੀਡੀਆ 'ਤੇ ਜਿਹੜਾ ਟੈਲੀਕਾਸਟ ਵੀ ਕੀਤਾ ਗਿਆ, ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਇੱਕ ਦਿਨ ਬਾਅਦ 24 ਘੰਟੇ ਦੇ ਅੰਦਰ ਨਵ ਭਾਟੀਆ ਜੀ ਨੇ ਇਸ ਅਵਾਰਡ ਨੂੰ ਵਾਪਸ ਲੈ ਲਿਆ। ਹਾਂ, ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਹਰਜਿੰਦਰ ਜੀ, ਜਦੋਂ ਅਸੀਂ ਨਾ ਕਿਸੇ ਦੀ ਚੰਗਿਆਈ ਕਰਦੇ ਹਾਂ ਜਾਂ ਬੁਰਾਈ ਕਰਦੇ ਹਾਂ, ਉਸ ਨਾਲ ਸੰਸਥਾ ਦੇ ਗੁਣ ਨੂੰ ਵੀ ਜਾਣਨਾ ਚਾਹੀਦਾ। ਮੈਂ CIF ਦੇ ਵਿੱਚ ਜੇ ਚੰਗੀਆਂ ਚੀਜ਼ਾਂ ਨੇ, ਜਿੱਥੇ ਉਹ ਟ੍ਰੇਡ ਨੂੰ ਵਧਾ ਰਹੀ ਹੈ, ਉਸ ਦੀ ਖਾਮੀਆਂ ਨੇ ਕਿ 1984 ਦੇ ਜਿਹੜੇ ਕਾਰਨ ਜਾਂ ਕਤਲੇਆਮ ਦੇ ਖਿਲਾਫ ਜੇ ਗੱਲ ਕਰਦੀ ਹੈ ਤੇ ਉਹਦੀ ਬੁਰਾਈ ਹੈ। ਪਰ ਜਿਸ ਤਰੀਕੇ ਨਾਲ ਇਸ ਅਵਾਰਡ ਤੋਂ ਬਾਅਦ ਜਿਹੜੀ ਪ੍ਰੈਸ ਰਿਲੀਜ਼ ਵੀ ਆਈ ਹੈ, ਉਸ ਦੇ ਵਿੱਚ ਕੋਈ ਨੈਗੇਟਿਵਿਟੀ ਮੈਨੂੰ ਜ਼ਿਆਤੀ ਤੌਰ 'ਤੇ ਨਜ਼ਰ ਨਹੀਂ ਆਈ। ਉਹਨਾਂ ਦੀ ਜਿਹੜੀ ਪ੍ਰੈਸ ਰਿਲੀਜ਼ ਹੈ, ਉਹਨਾਂ ਨੇ ਇਸ ਗੱਲ ਬਾਰੇ ਕਿਹਾ ਕਿ ਇਹ ਅਵਾਰਡ ਜਿਹੜਾ ਹੈ ਕਿਸੇ ਸ਼ਖਸੀਅਤ ਨੂੰ, ਆਊਟਸਟੈਂਡਿੰਗ ਗਲੋਬਲ ਇੰਡੀਅਨ ਨੂੰ ਅਸੀਂ ਦਿੰਦੇ ਹਾਂ। ਹਾਂਜੀ, ਤੇ ਇਸ ਦਾ ਕਰੰਟ ਪੋਲੀਟਿਕਸ ਜਾਂ ਇਤਿਹਾਸਿਕ ਡਿਬੇਟਸ ਉੱਤੇ ਇਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਇਹ ਸੰਸਥਾ ਦਾ ਕਹਿਣਾ ਹੈ। ਹੁਣ ਸੰਸਥਾ ਇਹ ਗੱਲ ਕਹਿੰਦੀ ਜੇ ਇਤਿਹਾਸਿਕ ਡਿਬੇਟਸ ਦਾ ਉੱਤੇ ਇਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ, ਕਿਉਂਕਿ ਇੰਡੀਵਿਜੂਅਲ ਮੈਟਰ, ਜਿੱਥੇ ਤੱਕ ਸੰਸਥਾ ਮੰਨਦੀ ਹੈ ਕਿ ਅਸੀਂ ਇੱਕ ਇੰਡੀਵਿਜੂਅਲ ਨੂੰ ਦਿੱਤਾ, ਜੇ ਇੰਡੀਵਿਜੂਅਲ ਮੰਨਦਾ ਹੈ ਕਿ ਉਹ ਇਸ ਖਿਲਾਫ ਹੈ ਤਾਂ ਉਹਦਾ ਹੱਕ ਹੈ ਕਿ ਉਹ ਦੇਵੇ। ਉਹਨਾਂ ਨੇ ਯਾਨੀ ਕਿ ਇਸ ਤੋਂ ਵੱਧ ਗੰਦਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਿਆਨ ਇਸ ਤੋਂ ਬੁਰਾ ਕੋਈ ਦੇ ਕੇ
ਤੇ ਮੈਂ ਇਸ ਗੱਲ ਦੀ ਚੰਗਾ ਸਮਝਦਾ CIF ਦੀ ਕਿ ਅਵਾਰਡ ਵਾਪਸ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੋਈ ਇਨਫੈਕਟ ਜਿਹੜੀ ਸੈਰੇਮਨੀ ਵੀ ਜਿਹੜੀ ਸੀ ਅਵਾਰਡ ਸੈਰੇਮਨੀ ਉਹਨਾਂ ਨੇ ਆਪਣੀ ਵੈਬਸਾਈਟ ਤੋਂ ਹੋਰ ਪਬਲਿਕ ਡੋਮੇਨ ਤੋਂ ਉਸ ਨੂੰ ਹਟਾ ਦਿੱਤਾ ਹੈ ਤਾਂ ਕਿ ਇਸ ਤੋਂ ਬਾਅਦ ਇਸ ਵਿੱਚ ਗੰਦਗੀ ਨਾ ਫੈਲ ਸਕੇ। ਬਿਲਕੁਲ ਠੀਕ। ਅੱਛਾ, ਸਾਡੇ ਨਾਲ ਜਸਪਾਲ ਬਲ ਸਾਹਿਬ ਵੀ ਜਿਹੜੇ ਕਿ ਉਹਨਾਂ ਕੁਛ ਇੱਕ ਜਿਹੜੇ ਐਕਟਿਵਿਸਟ ਦੇ ਵਿੱਚੋਂ ਨੇ ਜਿਹੜੇ ਹਮੇਸ਼ਾ ਇਸ ਤਰ੍ਹਾਂ ਦੀ ਗੱਲਬਾਤ ਨੂੰ ਔਰ ਬੜਾ ਬਲੰਟਲੀ ਔਰ ਬੜਾ ਓਪਨਲੀ ਹਮੇਸ਼ਾ ਆਪਣੇ ਵਿਚਾਰ ਸੋਸ਼ਲ ਮੀਡੀਆ ਜ਼ਰੀਏ ਜਾਂ ਫਿਰ ਜਿਹੜੇ ਵੀ ਪਬਲਿਕ ਡੋਮੇਨਸ ਹੁੰਦੇ ਨੇ ਉੱਥੇ ਰੱਖਣ ਦੀ ਕਹਿ ਲਈਏ ਇਹਨਾਂ ਦੇ ਵੱਲੋਂ ਕੋਸ਼ਿਸ਼ ਹੁੰਦੀ ਹੈ। ਉਹਨਾਂ ਨਾਲ ਵੀ ਸਾਡੀ ਲਾਈਨ ਮਿਲ ਚੁੱਕੀ ਹੈ। ਇਸ ਵੇਲੇ ਆਪਾਂ ਉਹਨਾਂ ਨੂੰ ਵੀ ਔਨਰ ਕਰਦੇ ਹਾਂ। ਨਾਲ ਦੀ ਨਾਲ ਨੈਬ ਭਾਟੀਆ ਸਾਹਿਬ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਆਫਕੋਰਸ ਮੇਰੀ ਅੱਜ ਜਦੋਂ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਸਤੀਸ਼ ਤੱਖਰ ਸਾਹਿਬ ਜਿਹੜੇ ਕਿ CIF ਤੋਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸੀ। ਸੋ ਅਸੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਵੀ ਅਗਰ ਉਹ ਮੌਕਾ ਮਿਲਦਾ ਜਾਂ ਉਹ ਆਉਣਾ ਚਾਹੁੰਦੇ ਹੁੰਦੇ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਔਨਰ ਕਰਦੇ, ਪਰ ਉਹਨਾਂ ਨੇ ਸਿਰਫ ਇਸ ਗੱਲ ਦੇ ਉੱਤੇ ਹੀ ਕਹਿ ਦਈਏ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਹਰਜਿੰਦਰ ਜੀ ਤੁਸੀਂ ਜਿਹੜੀ ਸਾਡੀ ਪ੍ਰੈਸ ਰਿਲੀਜ਼ ਹੈ ਉਹਨੂੰ ਹੀ ਰੈਫਰੈਂਸ ਬਣਾਇਆ ਜਾਵੇ ਰਾਦਰ ਕਿ ਤੁਸੀਂ ਮੈਨੂੰ ਔਨਰ ਕਰੋ। ਸੋ ਜੋ ਉਹ ਕਹਿੰਦੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਸਤੀਸ਼ ਤੱਖਰ ਹੋਣਾ ਵੱਲੋਂ CIF ਦਾ ਜੋ ਵਰਜ਼ਨ ਹੈ ਉਹ ਉਹਨਾਂ ਦੀ ਪ੍ਰੈਸ ਰਿਲੀਜ਼ ਦੇ ਵਿੱਚ ਹੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਅਰੋੜਾ ਸਾਹਿਬ ਦੇ ਕੋਲ ਆਪਾਂ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਰਹੇ ਸੀ ਕਿ ਉਹਨਾਂ ਨੇ ਆਪਣੇ ਸਾਰੇ ਵਿਚਾਰ ਔਰ ਸਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਅਸੀਂ ਉਹ ਸਾਂਝੀ ਕਰ ਦਿੱਤੀ ਸੀ ਹਰਜਿੰਦਰ ਗਿੱਲ ਸ਼ੋਅ ਦੇ ਉੱਤੇ ਪੇਜ ਦੇ ਉੱਤੇ ਵੀ, ਉੱਥੇ ਜਾ ਕੇ ਵੀ ਤੁਸੀਂ ਉਹਨੂੰ ਸਾਰੀ ਨੂੰ ਪੜ੍ਹ ਸਕਦੇ ਹੋ ਤਾਂ ਅੱਗੇ ਚੱਲ ਕੇ ਉਹਨੂੰ ਹੋਰ ਵੀ ਡਿਟੇਲ ਸਾਂਝੀ ਕਰਾਂਗੇ ਤੁਹਾਡੇ ਤੱਕ। ਪਰ ਜਸਪਾਲ ਬਲ ਸਾਹਿਬ ਦੇ ਨਾਲ ਇਸ ਵੇਲੇ ਥੋੜ੍ਹੇ ਜਿਹੇ ਮਿੰਟ ਦੇ ਲਈ ਅਸੀਂ ਉਹਨਾਂ ਦੇ ਕੋਲੋਂ ਪਹਿਲਾਂ ਤਾਂ ਪੁੱਛਦੇ ਹਾਂ ਕਿ ਜਿਹੜਾ ਇੱਕ ਤਰੀਕੇ ਦੇ ਨਾਲ ਸ਼ੁਰੂਆਤੀ ਤੌਰ ਦੇ ਉੱਤੇ ਜਿਸ ਸਟਾਈਲ ਦੇ ਨਾਲ ਜਾਂ ਜਿਸ ਤਿਆਰੀ ਦੇ ਨਾਲ ਇਹਨਾਂ ਨੇ ਇਸ ਸਾਰੀ ਗੱਲਬਾਤ ਨੂੰ ਸੋਸ਼ਲ ਮੀਡੀਆ ਜਾਂ ਅਲੱਗ-ਅਲੱਗ ਪਲੇਟਫਾਰਮਸ ਦੇ ਉੱਪਰ ਪ੍ਰੈਜ਼ੈਂਟ ਕੀਤਾ ਸੀ, ਇਹਨਾਂ ਦਾ ਪੁਆਇੰਟ ਆਫ ਵਿਊ ਕੀ ਸੀ, ਆਪਾਂ ਉਹ ਪੁੱਛਦੇ ਹਾਂ। ਬਲ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਰਜਿੰਦਰ ਗਿੱਲ ਸ਼ੋਅ 'ਚ। ਧੰਨਵਾਦ ਹਰਜਿੰਦਰ ਜੀ। ਮੈਂ ਹੁਣੀ ਥੋੜ੍ਹੇ ਚਿਰ ਪਹਿਲਾਂ ਡਾਇਲ ਇਨ ਵੀ ਕੀਤਾ ਸੀਗਾ, ਮੈਂ ਕੰਮ ਤੋਂ ਆ ਰਿਹਾ ਸੀਗਾ। ਹਾਂਜੀ, ਤੇ ਸਰਬਜੀਤ ਹੁਣੀ ਵੀ ਬੈਠੇ ਆ, ਬੌਬੀ ਸਿੱਧੂ ਹੋਰੀ ਨੇ ਨਾਲ ਸਾਡੇ ਤੇ ਹੈਰੀ ਧਾਲੀਵਾਲ ਸਾਹਿਬ ਜੀ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਬੜਾ ਇੱਕ ਇੰਪੋਰਟੈਂਟ ਡਿਸਕਸ਼ਨ ਸਾਡੀ ਆਪਣੀ ਕਮਿਊਨਿਟੀ ਦਾ, ਕਿਉਂਕਿ ਇਹ ਸਾਡੇ ਜਿਹੜਾ ਕਹੋ ਵੀ ਨੈਬ ਭਾਟੀਆ ਬਾਰੇ ਆਪਾਂ ਸਮੁੱਚਾ ਭਾਈਚਾਰਾ ਜਾਣਦਾ ਵੀ ਬੜੇ ਹਲੀਮੀ ਵਾਲੀ ਸ਼ਖਸੀਅਤ ਹਨ। ਜਦੋਂ ਮੈਨੂੰ ਇਸ ਅਵਾਰਡ ਸੈਰੇਮਨੀ ਬਾਰੇ ਪਤਾ ਲੱਗਾ, ਕਿਉਂਕਿ ਮੇਰੇ ਮਨ ਦੇ ਵਿੱਚ ਨੈਬ ਭਾਟੀਆ ਹੋਣਾ ਪ੍ਰਤੀ ਬਹੁਤ ਸਤਿਕਾਰ ਸੀਗਾ। ਇੱਕ ਬੜੀ ਸਤਿਕਾਰਕ ਸ਼ਖਸੀਅਤ ਹੈ, ਜਿੱਦਾਂ ਗੁਰਸ਼ਰ ਨੇ ਕਿਹਾ ਵੀ ਇੱਕ ਆਈਕਨ ਹਨ ਸਾਡੀ ਕਮਿਊਨਿਟੀ ਦੇ ਜੀ। ਤੇ ਇਹ ਸਾਡਾ ਐਜ਼ ਏ ਕਮਿਊਨਿਟੀ ਮੈਂਬਰ ਫਰਜ਼ ਬਣਦਾ ਵੀ ਜਦੋਂ ਅਸੀਂ ਦੇਖੀਏ ਵੀ ਸਾਡਾ ਕੋਈ ਸਤਿਕਾਰਕ ਵਿਅਕਤੀ ਅਣਜਾਣਪੁਣੇ ਦੇ ਵਿੱਚ ਕਿਸੇ ਗਲਤ ਟਰੈਪ ਦੇ ਵਿੱਚ ਫਸ ਰਿਹਾ ਤੇ ਉੱਥੇ ਆਪਾਂ ਉਹਨੂੰ ਅਲਰਟ ਕਰੀਏ। ਅੱਛਾ, ਦੂਸਰੀ ਗੱਲ ਹੈ, ਮੈਂ ਹਮੇਸ਼ਾ ਸਤਿਕਾਰ ਕਰਦਾ ਤੇ ਆਪ ਖੁਦ ਵੀ ਵਿਚਾਰਾਂ ਦੀ ਆਜ਼ਾਦੀ ਦਾ, ਠੀਕ ਹੈ ਜੀ। ਜਿਹੜੀ ਸੰਸਥਾ ਦਾ ਜਿਹਦਾ ਕੈਨੇਡਾ ਇੰਡੀਆ ਫਾਊਂਡੇਸ਼ਨ ਨੂੰ ਸਰਬਜੀਤ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਜੇ ਉਹਨਾਂ ਦੀ ਅੱਜ ਦੀ ਪ੍ਰੈਸ ਰਿਲੀਜ਼ ਵੀ ਲਈਏ ਨਾ ਜੀ, ਹਰ ਇੱਕ ਦੀ ਆਪੋ ਆਪਣੀ ਨਿਗਾਹ ਹੁੰਦੀ ਹੈ। ਮੇਰੀ ਕੁਛ ਰੁਚੀ ਜਾਂ ਮੇਰਾ ਕੁਛ ਤਜਰਬਾ ਇਸ ਤਰ੍ਹਾਂ ਦਾ ਵੀ ਮੈਂ ਜਿਹੜੀ ਨਾ ਜ਼ਮੀਨੀ ਸਤ੍ਹਾ ਤੇ ਜੋ ਦਿਸਦਾ, ਖਾਸ ਤੌਰ ਤੇ ਪੋਲੀਟੀਕਲ ਤੇ ਸੋਸ਼ਲ ਸਰਕਲ ਦੇ ਵਿੱਚ, ਮੈਂ ਉਹ ਸਤ੍ਹਾ ਦੇ ਥੱਲੇ ਜਿਹੜੀ ਜ਼ਮੀਨ ਤੋਂ ਥੱਲੇ ਜਿਹੜੀਆਂ ਗੱਲਾਂ ਨਾ ਉਹ ਪਛਾਣਨ ਦੇ ਵਿੱਚ ਜਿੱਦਾਂ ਕਹੋ ਮੈਨੂੰ ਤਜਰਬਾ ਹੋ ਚੁੱਕਾ। ਮੈਂ ਇਸ ਤੋਂ ਅੱਗੇ ਕੀ ਹੋਰ ਜਾਵਾਂ, ਤੁਹਾਡੀ ਉਹ ਜਿਹੜੀ ਉਹਨਾਂ ਦੀ ਲਾਸਟ ਪੈਰਾਗ੍ਰਾਫ ਹੈ ਨਾ ਜੀ, ਉਹਦੀ ਲਾਈਨ ਦੇ ਵਿੱਚ ਹੀ ਦੱਸਦੇ ਨੇ ਵੀ ਉਹਨਾਂ ਦਾ ਜਿਹੜਾ ਜ਼ਹਿਰ ਆ ਕਿੱਥੇ ਆ। ਬਿਲਕੁਲ ਉਹ ਕਹਿ ਰਿਹਾ ਵੀ ਵੀ ਵਿਲ ਕੰਟੀਨਿਊ ਦ ਹਾਰਡ ਐਂਡ ਇੰਪੋਰਟੈਂਟ ਵਰਕ ਆਫ ਪਰਸੂਇੰਗ ਜੈਨੂਇਨ ਰੀਕਨਸੀਲੀਏਸ਼ਨ ਬਿਟਵੀਨ ਕਮਿਊਨਿਟੀਜ਼। ਦੇਖੋ ਸਾਰਾ ਜਿਹੜਾ ਬਖੇੜਾ ਹੋਇਆ ਉਹ ਜਦੋਂ ਮੈਂ ਕਿਹਾ ਵੀ ਕੋਈ ਵੀ ਯਹੂਦੀ ਕੌਮ ਦਾ ਵਿਅਕਤੀ ਕਿਸੇ ਇਹੋ ਜਿਹੀ ਸੰਸਥਾ ਕੋਲੋਂ ਸਨਮਾਨ ਜਾਂ ਉਹਨਾਂ ਦੀ ਸਟੇਜ ਤੇ ਨਹੀਂ ਜਾਵੇਗਾ ਜਿਹੜੀ ਹੋਲੋਕਾਸਟ ਨੂੰ ਡਿਨਾਈ ਕਰਦੀ ਹੋਵੇ। ਕੈਨੇਡਾ ਇੰਡੀਆ ਫਾਊਂਡੇਸ਼ਨ ਦਾ 2009 ਦੀ ਇਹਨਾਂ ਨੇ ਫਾਰਮੇਸ਼ਨ ਦੀ ਗੱਲ ਕੀਤੀ ਆ। 2010 ਦੇ ਵਿੱਚ ਜਦੋਂ ਆਟਵਾ ਪਾਰਲੀਮੈਂਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀਗੀ ਆਪਣੇ ਸੁਖ ਧਾਲੀਵਾਲ ਤੇ ਐਂਡਰੂ ਕੈਨੀਆ ਵੱਲੋਂ, ਤੁਸੀਂ 2010 ਦਾ ਪਬਲਿਕ ਰਿਕਾਰਡ ਕੱਢ ਕੇ ਵੇਖ ਲਓ ਇਸ ਸੰਸਥਾ ਤੇ, ਉਸ ਦਿਨ ਤੋਂ ਹੀ ਇਹਨਾਂ ਨੂੰ ਢਿੱਡੋਂ ਵੱਟ ਹੈ ਵੀ ਤੁਸੀਂ ਇਹਨੂੰ ਜਿਹੜੀ ਆ ਆਪਣੀ ਜੈਨੋਸਾਈਡ ਨਾ ਕਹੋ। ਅੱਛਾ, ਉਸ ਤੋਂ ਬਾਅਦ ਜੇ ਆਪਾਂ ਫਾਸਟ ਫਾਰਵਰਡ ਕਰ ਲਈਏ 2015 ਦੀ, ਕਿਉਂਕਿ ਤੁਸੀਂ ਜ਼ਿਕਰ ਕੀਤਾ ਅੰਟਾਰੀਓ ਅਸੈਂਬਲੀ ਦਾ, 2015 ਜੂਨ ਦੇ ਵਿੱਚ ਦਿੱਲੀ ਦੀ ਸਟੇਟ ਅਸੈਂਬਲੀ ਦੇ ਵਿੱਚ ਯੂਨੈਨਿਮਸ ਮਤਾ ਪਾਸ ਹੋ ਚੁੱਕਾ, ਜਿਹਦੇ ਵਿੱਚ 70 MPP ਦੇ MLA ਦੇ ਵਿੱਚੋਂ 3 MLA BJP ਦੇ ਬੈਠੇ ਹਨ। ਯੂਨੈਨਿਮਸ ਮਤਾ ਹੋ ਗਿਆ ਵੀ ਨਵੰਬਰ 84 ਦੇ ਵਿੱਚ ਜੋ ਹੋਇਆ ਉਹ ਜੈਨੋਸਾਈਡ ਆ। ਪਰ ਜਦੋਂ 2017 ਦੇ ਵਿੱਚ ਅੰਟਾਰੀਓ ਅਸੈਂਬਲੀ ਦੇ ਵਿੱਚ ਇਹੀ ਮਤਾ ਲਿਆਂਦਾ ਗਿਆ ਹਰਿੰਦਰ ਮੱਲੀ ਵੱਲੋਂ, ਤੇ ਜੋ ਵਰਤਾਰਾ ਵਾਪਰਿਆ ਆਪਣੇ ਸਾਹਮਣੇ ਆ। ਅੱਛਾ, ਇਹਨਾਂ ਦੀ ਜੈਨੂਇਨ ਰੀਕਨਸੀਲੀਏਸ਼ਨ ਤੇ ਮੈਂ ਲੈ ਆਵਾਂ। ਜੈਨੂਇਨ ਰੀਕਨਸੀਲੀਏਸ਼ਨ ਇਹ ਵੀ ਤੁਸੀਂ ਭੁੱਲ ਜਾਓ ਉੱਥੇ ਜਿਹੜਾ ਜੈਨੋਸਾਈਡ ਨਹੀਂ ਹੋਇਆ, ਉਹ ਸਟੇਟ ਸਪਾਂਸਰ ਨਹੀਂ ਸੀਗਾ, ਉਹ ਦੰਗੇ ਸਨ, ਫਸਾਦ ਸਨ, ਤੇ ਆਪਾਂ ਮੂਵ ਔਨ ਹੋਈਏ। ਮੂਵ ਔਨ ਕਿੱਦਾਂ ਹੋਈਏ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ? ਤੇ ਮੂਵ ਔਨ ਸਾਨੂੰ ਉਹ ਕਹਿ ਰਹੇ ਹਨ ਜਿਹੜੇ ਸਾਨੂੰ ਇਹ ਦੱਸ ਰਹੇ ਵੀ ਤੁਹਾਡੇ ਨਾਲ ਹੋਇਆ ਕੁਛ ਨਹੀਂ।
ਸੋ ਇਸ ਕਰਕੇ ਮੈਂ ਆਪਣੇ ਤੌਰ ਤੇ ਨੈਬ ਭਾਟੀਆ ਦਾ, ਕਿਉਂਕਿ ਮੇਰੇ ਮਨ 'ਚ ਸਤਿਕਾਰ ਸੀ, ਜੇ ਇਹ ਨੈਬ ਭਾਟੀਆ ਦੀ ਜਗ੍ਹਾ ਕੋਈ ਹੋਰ ਰਾਜਨੀਤਿਕ ਹੁੰਦਾ ਨਾ, ਮੈਂ ਇਸ ਤਰ੍ਹਾਂ ਦਾ ਜਿਹੜੀ ਜਿੱਦਾਂ ਕਹ ਲਓ ਵੀ ਡਿਸਕਸ਼ਨ ਸੋਸ਼ਲ ਮੀਡੀਆ ਤੇ ਨਹੀਂ ਸੀ ਲਿਆਉਣੀ, ਕਿਉਂਕਿ ਮੈਨੂੰ ਇਹ ਸੀਗਾ ਵੀ ਮੇਰਾ ਇੱਕ ਵੱਡਾ ਭਰਾ ਦੁਸ਼ਮਣ ਦੀ ਚਾਲ ਦੇ ਵਿੱਚ ਫਸ ਰਿਹਾ ਆ। ਮੇਰਾ ਜਦੋਂ ਇਹ ਡਿਸਕਸ਼ਨ ਸ਼ੁਰੂ ਕੀਤਾ ਫਾਰਮਰ ਅੰਦੋਲਨ ਦੇ ਨਾਲ ਕੋਈ ਚੱਕਰ ਨਹੀਂ ਸੀਗਾ ਵੀ ਉਹਨਾਂ ਨੂੰ ਮੈਂ ਇਸ ਐਨਕ ਦੇ ਜ਼ਰੀਏ ਦੇਖਾਂ। ਮੇਰਾ ਸਿਰਫ ਇਹ ਵੀ ਤੁਸੀਂ ਉਸ ਸਟੇਜ ਤੇ ਜਾ ਰਹੇ ਹੋ, ਉਸ ਸੰਸਥਾ ਕੋਲੋਂ ਲੈ ਰਹੇ ਹੋ, ਕਿਉਂਕਿ ਮੈਂ ਨੈਬ ਭਾਟੀਆ ਉਹਨਾਂ ਨੂੰ, ਭਾਜੀ ਉਹਨਾਂ ਨੂੰ ਅਨੇਕਾਂ ਵਾਰ ਇਹ ਗੱਲ ਸੁਣ ਚੁੱਕਾ ਹਾਂ ਕਿ ਨਵੰਬਰ 84 ਦੇ ਉਹ ਸਰਵਾਈਵਰ ਹਨ ਤੇ ਉਹ ਸੰਸਥਾ ਉਹਨਾਂ ਨੂੰ ਸਨਮਾਨ ਕਰ ਰਹੀ ਜਿਹੜੀ ਨਵੰਬਰ 84 ਨੂੰ ਡਿਨਾਈ ਕਰਦੀ ਆ, ਉਸ ਜ਼ੁਲਮ ਜ਼ਬਰ ਤੋਂ ਡਿਨਾਈ ਕਰਦੀ ਆ। ਚੰਗਾ ਤਾਂ ਇਹ ਹੋਵੇ ਨਾ ਵੀ ਜੇ ਵੈਸਟਰਨ ਕੰਟਰੀਜ਼ ਦੇ ਵਿੱਚ ਰਹਿੰਦੇ ਹੋਏ ਇੱਥੋਂ ਦੇ ਤੌਰ ਤਰੀਕੇ ਦੇਖ ਕੇ ਅਸੀਂ ਤਾਂ ਅੱਜ ਤੱਕ ਕਹਿੰਦੇ ਆ ਵੀ ਹਿੰਦੁਸਤਾਨ ਨੇ ਜੇ ਅੱਗੇ ਜਾਣਾ ਹੈ ਨਾ ਜੀ, ਅਲਟੀਮੇਟਲੀ ਦੇ ਵਿਲ ਹੈਵ ਟੂ ਗੋ ਡਾਊਨ ਦਾ ਰਾਊਟ ਆਫ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ। ਉਹ ਕੋਈ ਉਸ ਪਾਸੇ ਜਾਣ ਨੂੰ ਤਿਆਰ ਨਹੀਂ। ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਇੱਥੇ ਵਿਕਸਿਤ ਸਮਾਜਾਂ 'ਚ ਰਹਿ ਕੇ ਇੱਥੋਂ ਦਾ ਤਾਣਾ ਬਾਣਾ ਦੇਖ ਕੇ ਵੀ ਕਿੱਦਾਂ ਅਸੀਂ ਇੱਥੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੀ ਜਾਂ ਇਥੀਓਪੀਆ ਜਾਂ ਸਾਊਥ ਅਫਰੀਕਾ 'ਚ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਿਠਾਏ ਹਨ, ਤੇ ਤੁਸੀਂ ਇੱਥੇ ਬੈਠ ਕੇ ਹੈਰੀ ਧਾਲੀਵਾਲ ਹੋਰਾਂ ਨੇ ਗੱਲ ਕੀਤਾ ਵੀ ਫੋਰਨ ਗਵਰਨਮੈਂਟ ਦੇ ਤੁਸੀਂ ਇੱਕ ਟੂਲ ਜਾਂ ਇੱਕ ਵਿੰਗ ਬਣ ਕੇ ਕੰਮ ਕਰ ਰਹੇ ਹੋ, ਤੇ ਫਿਰ ਤੁਸੀਂ ਕਹਿੰਦੇ ਵੀ ਅਸੀਂ ਰੀਕਨਸੀਲੀਏਸ਼ਨ ਹੋ ਗਈ ਹੈ, ਤੁਸੀਂ ਭੁੱਲ ਜਾਓ ਇਹੀ ਰੀਕਨਸੀਲੀਏਸ਼ਨ ਹੈ। ਸੋ ਇਸ ਕਰਕੇ ਮੈਂ ਜਿਹੜਾ ਇਹ ਕੀਤਾ, ਮੈਂ ਭਾਜੀ ਭਾਟੀਆ ਉਹਨਾਂ ਦਾ, ਨੈਬ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਮੈਂ ਕਹਿੰਦਾ ਵੀ ਸਮੁੱਚੇ ਇਨਸਾਫ ਪਸੰਦ ਲੋਕਾਂ ਦੇ ਵਿੱਚ ਉਹਨਾਂ ਦਾ ਅਕਸ ਅੱਗੇ ਨਾਲੋਂ ਵੀ ਵਧੀਆ ਬਣ ਕੇ ਉੱਭਰਿਆ ਹੈ। ਰਾਈਟ। ਅੱਛਾ, ਇੱਥੇ ਬਲ ਸਾਹਿਬ ਮੈਨੂੰ ਪਤਾ ਜੇ ਗੱਲ ਡਿਸਕਸ਼ਨ ਜਿਹੜੀ, ਕਿਉਂਕਿ ਬੌਬੀ ਜੀ ਵੀ, ਹੈਰੀ ਧਾਲੀਵਾਲ ਸਾਹਿਬ, ਤੁਸੀਂ ਵੀ, ਬਰੋੜਾ ਸਾਹਿਬ ਵੀ ਸਾਡੇ ਬਹੁਤ ਇੰਪੋਰਟੈਂਟਲੀ ਇਸ ਵਿਸ਼ੇ ਨੂੰ ਜਿੱਥੇ ਤੁਸੀਂ ਡਿਸਕਸ ਕਰ ਰਹੇ ਹੋ, ਕਵਰ ਕਰ ਰਹੇ ਹੋ, ਔਰ ਕਾਫੀ ਇਨ ਡੈਪਥ ਇਨਫੋਰਮੇਸ਼ਨ ਅਸੀਂ ਕਨਵੇ ਕਰ ਸਕਦੇ ਹਾਂ, ਪਹੁੰਚਦੀ ਕਰ ਸਕਦੇ ਹਾਂ, ਪਰ ਕੋਸ਼ਿਸ਼ ਕਰਾਂਗੇ ਅਸੀਂ ਬਰੀਫ ਰੱਖਦੇ ਹੋਏ, ਔਰ ਅੱਗੇ ਚੱਲ ਕੇ ਨੈਬ ਭਾਟੀਆ ਸਾਹਿਬ ਦੇ ਨਾਲ ਵੀ ਆਪਾਂ ਕੋਸ਼ਿਸ਼ ਕਰਦਾ ਮੈਂ ਥੋੜ੍ਹੀ ਦੇਰ 'ਚ ਉਹਨਾਂ ਨੂੰ ਵੀ ਔਨ ਏਅਰ ਜ਼ਰੂਰ ਕਰਦੇ ਹਾਂ, ਉਹਨਾਂ ਦਾ ਕੀ ਐਂਗਲ ਸੀ ਜਦੋਂ ਰਿਸੀਵ ਕਰਨ ਤੋਂ ਪਹਿਲਾਂ ਦਾ ਤੇ ਫਿਰ ਹੁਣ ਅਵਾਰਡ ਨੂੰ ਵਾਪਸ ਕਰਨ ਦਾ। ਇੱਥੇ ਮੈਂ ਇੱਕ ਸਾਈਕੋਲੋਜੀਕਲੀ ਜੇਕਰ ਥੋੜ੍ਹਾ ਜਿਹਾ ਪਹਿਲਾਂ ਆਪਣੇ ਧਾਰੀਵਾਲ ਸਾਹਿਬ ਦੇ ਕੋਲ ਆਉਣਾ ਹੈ। ਧਾਰੀਵਾਲ ਸਾਹਿਬ, ਜਦੋਂ ਕੋਈ ਕਿਸੇ ਤਰ੍ਹਾਂ ਦੀ ਆਰਗੇਨਾਈਜੇਸ਼ਨ ਆਪਣੇ ਆਰਗੇਨਾਈਜੇਸ਼ਨਲ ਸਟਰਕਚਰ ਦੇ ਰੂਪ ਦੇ ਵਿੱਚ ਜਾਂ ਤਿਆਰੀ ਦੇ ਰੂਪ ਦੇ ਵਿੱਚ ਜਾਂ ਜਿਹੜੀ ਇਸ ਤਰ੍ਹਾਂ ਦੀ ਸਿਲੈਕਸ਼ਨ ਦੇ ਰੂਪ ਦੇ ਵਿੱਚ ਜਦੋਂ ਕੈਟੇਗਰਾਈਜ਼ ਕਰਦੇ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਕੋਈ ਇੰਟੈਂਸ਼ਨ ਇਹਦੇ ਪਿੱਛੇ ਭਾਟੀਆ ਸਾਹਿਬ ਨੂੰ ਚੂਜ਼ ਕਰਨਾ ਕੁਛ ਡਿਫਰੈਂਟ ਸੀ, ਜਿਹੜੀ ਭਾਟੀਆ ਸਾਹਿਬ ਤੱਕ ਨਹੀਂ ਪਹੁੰਚ ਸਕੀ, ਜਾਂ ਫਿਰ ਜਿਹੜੀ ਹੁਣ ਸਾਨੂੰ ਦਿਖ ਰਹੀ ਹੈ? ਤੁਸੀਂ ਦੱਸਣਾ ਚਾਹੋ ਧਾਲੀਵਾਲ ਸਾਹਿਬ। ਦੇਖੋ, ਤੁਹਾਨੂੰ ਮੈਂ ਦੱਸਦਾ ਕਿ ਜਿਵੇਂ ਬਲ ਬ੍ਰਦਰ ਨੇ ਵੀ ਕਿਹਾ ਹੈਗਾ ਕਿ ਮੈਂ ਇਹ ਜਿਹੜੀ ਗੱਲਬਾਤ ਹੈਗੀ ਆ ਬਹੁਤ ਦੇਰ ਪਹਿਲਾਂ ਬਲ ਹੋਣਾ ਦੇ ਨਾਲ ਵੀ ਸ਼ੇਅਰ ਕੀਤੀ ਸੀ, ਜਿਹੜਾ ਐਕਚੁਅਲੀ ਟੈਕਸਟ ਵਾਜ਼ ਗੋਇੰਗ ਅਰਾਊਂਡ ਇਨ ਦ ਗਰੁੱਪ, ਆਈ ਸ਼ੇਅਰ ਵਿਦ ਹਿਮ। ਸੋ ਇਹ ਜਿਹੀਆਂ ਗੱਲਾਂ ਬਾਤਾਂ ਆਪਣੇ ਬੌਬੀ ਦੇ ਨਾਲ ਵੀ ਕੀਤੀਆਂ ਹੋਈਆਂ ਨੇ, ਤੁਹਾਡੇ ਨਾਲ ਵੀ ਕੀਤੀਆਂ ਹੋਈਆਂ, ਤੇ ਇਨ ਕੈਮਰਾ ਅਸੀਂ ਇਹ ਜਿਹੀਆਂ ਗੱਲਾਂ ਬਾਤਾਂ ਕਰਦੇ ਰਹਿਣਾ। ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹ ਜਿਹੜਾ ਮੂਡਲੀ ਗੱਲ ਇੱਕ ਹੋਰ ਹੈ, ਉਹਦੇ ਪਿੱਛੇ ਜਿਹੜੀ ਪਲੈਨਿੰਗ ਹੈ, ਸਟ੍ਰੈਟੇਜਿਕ ਹੈ, ਉਹ ਦਿਸ ਇਜ਼ ਆਲਵੇਜ਼ ਔਨ ਦ ਟਰੈਕ ਵਿਦ ਦ ਏਜੰਡਾ, ਹੈ ਨਾ। ਸੋ ਮੈਂ ਤੁਹਾਡੇ ਸਾਹਮਣੇ ਤਿੰਨਾਂ ਚਾਰਾਂ ਭਰਾਵਾਂ ਦੇ ਵਿੱਚ ਮੈਂ ਇੱਕ ਬੰਦਾ ਐਸਾ ਬੈਠਾ, ਮੈਂ ਆਈ ਵਿਟਨੈਸ ਹਾਂ। I am sitting right in front of the ICG guy at that time when it was fought, right? So I don't want to say anything more than that, but I know the agenda was even set by that person. Right. And one of the items of the agenda was to get rid of one of the member of parliament. And one agenda was to appoint, to lobby for one person to be industry minister. So ਸਟੀਵਨ ਹਾਰਪਰ ਉਦੋਂ ਹੋਰ ਸੀ ਕਿਉਂਕਿ ਉਦੋਂ ਹਲੇ ਇਹਨਾਂ ਦਾ ਇੰਨਾ ਲਿੰਕ ਨਹੀਂ ਸੀ। ਮੈਨੂੰ ਇਹਨਾਂ ਨੇ ਸਾਹਮਣੇ ਤਾਂ ਬਿਠਾਇਆ ਸੀ ਕਿਉਂਕਿ ਇਹਨਾਂ ਨੇ ਦੇਖ ਲਿਆ ਸੀਗਾ ਕਿਤੇ ਜਦੋਂ ਹੋਰ ICC ਦਾ ਇੱਕ ਬਹੁਤ ਵੱਡਾ ਡਿਨਰ ਹੋ ਰਿਹਾ ਸੀਗਾ, ਤੇ ਸਟੀਵਨ ਹਾਰਪਰ ਨੇ ਮੈਨੂੰ ਹਾਕ ਮਾਰ ਕੇ ਆਪਣੇ ਐਂਟਰਾਜ ਦੇ ਨਾਲ ਲੈ ਗਿਆ ਸੀਗਾ, ਤੇ ਮੈਂ ਜਦੋਂ ਕਿਤੇ ਅੰਦਰ ਵੜਨ ਲੱਗੇ ਤਾਂ ਬਾਹਰ ਖੁੱਲਿਆ ਤਾਂ ਮੈਂ ਉਹਦੇ ਨਾਲ ਇੰਟਰੈਕਸ਼ਨ ਮੇਰੀ ਹੋ ਰਹੀ ਸੀ। ਇਹਦੀ ਵੀ ਸਟੀਵਨ ਹਾਰਪਰ ਮੇਰਾ ਕੋਈ ਫਰੈਂਡ ਸੀ ਜਾਂ ਕਿਵੇਂ ਸੀ, ਪਰ he knew that I am around here. So ਇਹਨਾਂ ਨੇ 4-5 ਬੰਦੇ ਮੇਰੇ ਪਿੱਛੇ ਲਾਤੇ, ਕਿਉਂਕਿ ਮੈਂ ਤੁਹਾਨੂੰ ਇਹ ਕਹਾਣੀ ਤਾਂ ਦੱਸਣ ਲੱਗਿਆ, ਦੇ ਟਾਰਗੇਟ ਪੀਪਲ। ਜਿਹੜਾ ਉਹਨਾਂ ਦੀ ਲੈਬ 'ਚ ਆ ਗਿਆ, ਹੁਣ ਮੈਂ ਤਾਂ ਪੋਲੀਟੀਕਲੀ ਬੜਾ ਮਤਲਬ ਮੇਰੀ ਜਿਹੜੀ ਇੰਟਿਊਸ਼ਨ ਮੈਨੂੰ ਪਤਾ ਸੀ ਮੈਂ ਕਿੱਥੇ ਬੈਠਾ। ਓਕੇ। ਸੋ ਮੈਂ ਤਾਂ ਜਿਹੜੀ ਹਿਸਾਬ ਦੇ ਨਾਲ ਮੈਨੂੰ ਉਹਨਾਂ ਨੇ ਆਪਕੋ ਡਾਇਰੈਕਟਰ ਬਣਾ ਦੇंगे, आपको ये कर देंगे, वो कर देंगे, तो मैं तो उस चक्कर से निकल गया, ठीक है। पर लॉट ऑफ पीपल एक्चुअली don't have that eye like Jaspal Bal has and I have and Bobby has. So ਇਸ ਕਰਕੇ ਇਹ ਜਿਹੜਾ ਹੈਗਾ ਉਹ ਉਹਨਾਂ ਦੇ ਟਰੈਪ ਦੇ ਵਿੱਚ ਫਸ ਗਏ। ਉਹ ਇੱਕ ਸਿੱਖ ਚਿਹਰਾ
ਵੀ ਤਾਂ ਕਿ ਉਹਨਾਂ ਨੂੰ ਕਹਿ ਨਾ ਸਕੇ ਇਨ ਫਿਊਚਰ ਵੀ ਕੋਈ ਅਸੀਂ ਕਿਸੇ ਸਿੱਖ ਨੂੰ ਨਹੀਂ ਕੀਤਾ। ਅੱਛਾ ਸੌਰੀ, ਮੈਂ ਤੁਹਾਡੀ ਗੱਲ ਹੁਣ ਇੱਥੇ ਰੋਕ ਰਿਹਾ ਬਾਬੂ ਜੀ। ਤੁਸੀਂ ਵੀ ਇਸ ਪੁਆਇੰਟ ਨੂੰ ਇਸੇ ਤਰ੍ਹਾਂ ਹੀ ਮੰਨਦੇ ਹੋ ਕਿ ਜਾਂ ਕਿਤੇ ਤੁਹਾਨੂੰ ਇਦਾਂ ਤਾਂ ਨਹੀਂ ਲੱਗਦਾ ਕਿ ਹੋ ਸਕਦਾ ਕਿ CIF ਦੀ ਇਹ ਇੰਟੈਂਸ਼ਨ ਇਹ ਹੋਏ ਕਿ ਅਸੀਂ ਜਿਹੜਾ ਉਹ ਗੈਪ ਹੈ ਜਾਂ ਜਿਹੜਾ ਸਾਡੀ ਦੂਰੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ, ਘੱਟ ਕਰਨ ਦੇ ਲਈ, ਅਸੀਂ ਨੇੜੇ ਲੈ ਕੇ ਆਉਣ ਦੇ ਲਈ ਅਸੀਂ ਆਪਣਾ ਇੱਕ ਜੈਸਚਰ ਦਿੰਦੇ ਹੋਏ ਔਰ ਕੁਆਲੀਫਾਈ ਕਰਦੇ ਹੋਏ ਨੈਬ ਪਾਰਟੀਆਂ ਹੋਰਾਂ ਨੂੰ ਲਿਆ ਕਿ ਡੂ ਯੂ ਸਟਿਲ ਬਲੀਵ ਕਿ ਇਹ ਕੋਈ ਇੰਟੈਂਸ਼ਨ ਡਿਫਰੈਂਟ ਸੀ? ਹਰਜਿੰਦਰ ਜੀ, ਮੈਂ ਤੁਹਾਨੂੰ ਜਿਵੇਂ ਗੱਲ ਦੱਸਦਾ ਕਿ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਇੰਟੈਂਸ਼ਨ ਕੀ ਹੁੰਦੇ ਆ, ਉਹ ਅੰਦਰੋਂ ਕੀ ਸਲਾਹਾਂ ਹੁੰਦੀਆਂ ਆ, ਕਿੱਥੋਂ ਥਾਪੀ ਕਿਹਦੀ ਹੁੰਦੀ ਆ, ਉਹ ਗੱਲ ਸਮਝਣ ਦੀ ਬੜੀ ਲੋੜ ਹੈਗੀ ਆ। ਤੁਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਭਾਰਤ ਦੇ ਸਰਕਾਰ ਨੇ ਸਿੱਖਾਂ ਨਾਲ ਕੁਝ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਉਹਨੂੰ ਕਾਮਯਾਬੀ ਨਹੀਂ ਮਿਲੀ। ਫਿਰ ਉਹਨਾਂ ਨੇ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖਿਆ ਆ ਕਿ ਕੁਝ ਸਿੱਖ ਜਥੇਬੰਦੀਆਂ ਦਾ ਪ੍ਰਤੀਕਰਮ ਹੋਇਆ, ਕੁਝ ਇਹੋ ਜਿਹੀ ਗੱਲਾਂ ਹੋਈਆਂ ਜਿੱਥੇ ਉਹਨਾਂ ਨੇ ਆਪਣਾ ਰੋਸ ਵੀ ਜਤਾਇਆ ਭਾਰਤ ਸਰਕਾਰ ਦੇ ਪ੍ਰਤੀ ਕਈ ਗੱਲਾਂ ਕਰਨ। ਉਹਦੇ ਕਰਕੇ ਆਊਟਰੀਚ ਡੈਫੀਨਿਟਲੀ ਕਰਦੇ ਹੋਣਗੇ। ਨੈਬ ਭਾਟੀਆ ਬੀਇੰਗ ਐਨ ਆਈਕਨ, ਇਹਨਾਂ ਦਾ ਨਾਮ ਬਹੁਤ ਵੱਡਾ ਆ। ਜਦੋਂ ਨੈਬ ਭਾਟੀਆ ਵਰਗਾ ਸ਼ਖਸ ਕੋਈ ਅਵਾਰਡ ਲੈਂਦਾ ਆ, ਉਹ ਇੱਕ ਵੱਡੀ ਨਿਊਜ਼ ਵੀ ਬਣਦੀ ਆ। ਤੇ ਕਈ ਵਾਰੀ ਲੋਕਾਂ ਨੂੰ ਇਹ ਜੈਸਚਰ ਦਿਖਾਉਣਾ ਕਿ ਅਸੀਂ ਜੀ ਇੱਕ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਫੇਸ ਆ, ਉਹਨੂੰ ਨਾਲ ਜੋੜ ਰਹੇ ਆ। ਸਾਡੀ ਜਿਹੜੀ ਜਥੇਬੰਦੀ ਹੈਗੀ ਆ, ਇਹ ਕੋਈ ਭੇਦਭਾਵ ਨਹੀਂ ਰੱਖਦੀ, ਅਸੀਂ ਕਿਤੇ ਇਸ ਗੱਲਾਂ ਤੋਂ ਉੱਪਰ ਆ। ਪਰ ਗੱਲ ਤਾਂ ਬੁਨਿਆਦੀ ਉੱਥੇ ਆ ਜਾਂਦੀ ਆ, ਜਿਵੇਂ ਜਸਪਾਲ ਭਾਜੀ ਨੇ ਪਹਿਲਾਂ ਗੱਲ ਕੀਤੀ ਆ, 1984 ਦੇ ਕਤਲੇਆਮ ਜੈਨੋਸਾਈਡ ਦੇ ਡਿਨਾਇਰਸ, ਜਿੱਥੇ ਨੈਬ ਭਾਟੀਆ ਪਰਿਵਾਰ ਖੁਦ ਪੀੜਿਤ ਆ, ਜਦੋਂ ਉਹ ਇਸ ਗੱਲ ਨੂੰ ਹੀ ਨਹੀਂ ਮੰਨਦੇ। ਰੀਕਨਸੀਲੀਏਸ਼ਨ ਵੀ ਉੱਥੇ ਹੀ ਹੁੰਦੀ ਆ ਜਿੱਥੇ ਕੋਈ ਹੋਵੇ, ਕੋਈ ਗਲਤੀ ਤਾਂ ਮੰਨੇ। ਰਜਿੰਦਰ ਜੀ, ਜਦੋਂ ਤੁਸੀਂ ਸਾਂਝ ਪਾਉਣੀ ਹੋਵੇ, ਕਿਸੇ ਨੂੰ ਜੱਫੀ ਪਾਉਣੀ ਹੋਵੇ, ਪਹਿਲਾਂ ਬੰਦਾ ਇਹ ਗੱਲ ਮੰਨਦਾ ਕਿ ਮੇਰੇ ਕੋਲ ਵਾਕਈ ਗਲਤੀ ਹੋਈ ਆ। ਅਗਰ ਕੋਈ ਬੰਦਾ ਗਲਤੀ ਮੰਨਦਾ, ਜਿਹੜਾ ਪੀੜਿਤ ਹੋਵੇ ਨਾ, ਉਹ ਫਿਰ ਮਾਫ ਕਰਨ ਦੀ ਸ਼ਮਤਾ ਰੱਖਦਾ ਆ। ਜਦੋਂ ਬੰਦੇ ਨੇ ਕਿਸੇ ਨੇ ਕਦੇ ਚਪੇੜਾਂ ਵੀ ਮਾਰਿਆ ਹੋਵੇ, ਕੁੱਟਿਆ ਹੋਵੇ, ਕਹੇ ਮੈਂ ਤਾਂ ਕੀਤਾ ਹੀ ਕੁਛ ਨਹੀਂ ਹੈਗਾ, ਤੇ ਤੂੰ ਰੋਣਾ ਵੀ ਨਹੀਂ ਹੈਗਾ, ਇਹੋ ਜਿਹਾ ਜਿਹੜੀ ਨਾ ਪਾਲਿਸੀ ਹੁੰਦੀ ਆ, ਉਹ ਜ਼ਿਆਦਾ ਚਿਰ ਨਹੀਂ ਚੱਲਦੀ। ਸੋ ਨੈਬ ਭਾਟੀਆ ਹੁਣੀ, ਹੈਰੀ ਭਾਜੀ ਨੇ ਵੀ ਕਿਹਾ ਆ, ਜਸਪਾਲ ਭਾਜੀ ਨੇ ਵੀ ਇਹ ਮਹਿਸੂਸ ਕੀਤਾ। ਮੈਂ ਬਾਰ-ਬਾਰ ਕਹਿੰਦਾ ਕਿ ਨੈਬ ਭਾਟੀਆ ਹੁਣੀ ਬੜੇ ਵੈਸੇ ਆਈਕੋਨਿਕ ਫਿਗਰ ਹੈ, ਪਰ ਪੋਲੀਟੀਕਲੀ ਸ਼ਾਇਦ ਉਹਨਾਂ ਦੀ ਜ਼ਿਆਦਾ ਕੋਈ ਯੋਗਦਾਨ ਨਾ ਹੋਣ ਕਰਕੇ, ਐਕਟਿਵਿਜ਼ਮ ਵਿੱਚ ਭਾਗ ਨਾ ਲੈਣ ਕਰਕੇ ਉਹ ਬੰਦਾ ਟ੍ਰੈਪ ਵਿੱਚ ਫਸ ਜਾਂਦਾ ਹੈ। ਪਤਾ ਨਹੀਂ ਲੱਗਿਆ। ਮੈਂ ਕਾਫੀ ਦੇਰ ਮੈਂ ਵੀ ਆਪਣੇ ਵੀਰਾਂ ਨਾਲ ਕੰਮ ਕੀਤਾ ਤੇ ਉਹ ਕੈਨੇਡਾ ਇੰਡੀਆ ਫਾਊਂਡੇਸ਼ਨ ਦਾ ਹੁਣ ਫਿਰ ਕਹਿੰਦਾ ਆ, ਸਤੀਸ਼ ਤੱਖਰ ਉਹਨਾਂ ਨਾਲ ਮੇਰੇ ਚੰਗੇ ਸੰਬੰਧ ਇਸ ਵੇਲੇ ਪ੍ਰਧਾਨ ਆ। ਹਰਜਿੰਦਰ, ਤੁਹਾਡੇ ਵੀ ਹੋਣਗੇ, ਸਾਡੇ ਭਾਈਚਾਰੇ ਚ ਬਾਹਲੇ ਲੋਕਾਂ ਦੇ ਉਹਨਾਂ ਨਾਲ ਹੈਗੇ ਆ, ਪਰ ਉਹ ਸਤੀਸ਼ ਠੱਕਰ ਇਸ ਆਰਗੇਨਾਈਜੇਸ਼ਨ ਚ ਇੱਕ ਨਵੀਂ ਐਂਟਰੀ ਆ। ਪਰ ਉਸ ਤੋਂ ਪਹਿਲਾਂ ਆਰਗੇਨਾਈਜੇਸ਼ਨ ਬਣ ਚੁੱਕੀ ਆ। ਉਹਨਾਂ ਦਾ ਜਿਹੜਾ ਕੀ ਮੈਨੀਫੈਸਟੋ ਆ, ਉਹ ਪਹਿਲਾਂ ਦਾ ਸੈੱਟ ਹੈਗਾ ਆ। ਤੇ ਇਤਿਹਾਸਕ ਤੌਰ ਤੇ ਤੁਸੀਂ ਦੇਖੋ, ਪਿਛਲੇ ਜਿੰਨੇ ਲੰਬੇ ਚਿਰ ਤੋਂ ਇਹ ਹੈਗੀ ਆ ਕਿ ਜਦੋਂ ਵੀ ਇਹਨਾਂ ਨੇ ਇਹ ਮਤਾ ਰੱਖਿਆ ਕਿ ਜਿਹੜਾ ਵੀ ਕੋਈ ਸ਼ਖਸ ਕੈਨੇਡੀਅਨ ਇਲੈਕਟਡ ਮੈਂਬਰ ਆਫ ਪਾਰਲੀਮੈਂਟ ਜਾਂ MPP ਉਹ 1984 ਦੀ ਗੱਲ ਕਰੇਗਾ, ਅਸੀਂ ਉਹਦਾ ਬਾਈਕਾਟ ਕਰਾਂਗੇ। ਇਹੀ ਮੈਨੂੰ ਲੱਗਦਾ ਕਿ ਜਿਹੜੀ ਉਹ ਬਾਈਕਾਟ ਕਰਨਾ ਤੇ ਸਨਮਾਨ ਉਸ ਸ਼ਖਸ ਨੂੰ ਦੇਣਾ ਜਿਹੜਾ ਕਿ ਉਸ ਜੈਨੋਸਾਈਡ ਦਾ ਪੀੜਿਤ ਹੋਵੇ, ਉਹ ਮੈਨੂੰ ਮਤਲਬ ਕੁਛ ਇੱਕ ਸਮਝ ਨਹੀਂ ਆਈ ਪਿੱਛੇ ਕਾਰਨ ਕੀ ਆ। ਠੀਕ ਹੈ। ਨਾਲੇ ਹਰਜਿੰਦਰ ਜੀ, ਇਸ ਕਰਕੇ ਇਸ ਸਾਲ ਫਾਰਮਰਸ ਖੈਰ ਨਾਮ ਪਹਿਲਾਂ ਹੋ ਗਏ ਸੀਗੇ, ਪਰ ਇਹ ਜਦੋਂ ਇਹਨਾਂ ਨੇ ਕੱਲ ਜਿੱਦਾਂ ਜਸਪਾਲ ਭਾਜੀ ਨੇ ਕਿਹਾ, ਚਿੱਠੀ ਮੈਂ ਵੀ ਪੜ੍ਹੀ ਆ, ਰੀਕਨਸੀਲੀਏਸ਼ਨ ਹੁੰਦੀ ਤਾਂ ਇੱਕ ਲਾਈਨ ਇਹ ਵੀ ਐਡ ਕਰ ਸਕਦੇ ਸੀ 84 ਤੋਂ। ਇਹਦੀ ਤਾਂ ਮੈਂ ਉਮੀਦ ਨਹੀਂ ਕਰਦਾ, ਮੈਂ ਤਾਂ ਹੁਣੇ ਕਹਿ ਦੇਵਾਂ, ਘੱਟੋ ਘੱਟ ਮੈਂ ਇਹ ਤਾਂ ਉਮੀਦ ਕਰ ਸਕਦੇ ਸੀ ਆਪਾਂ ਸਾਰੇ ਕਿ ਇੱਕ ਲਾਈਨ ਇਹ ਲਿਖ ਦਿੰਦੇ ਕਿ ਜਿਵੇਂ ਨੈਬ ਭਾਟੀਆ ਨੇ ਹੋਏ, ਉਹਨਾਂ ਨੇ ਕਿਹਾ ਕਿ ਮੇਰੇ ਭੈਣ ਭਰਾ ਉੱਥੇ ਇਸ ਵੇਲੇ ਪੀੜਿਤ ਹੈਗੇ ਆ, ਘੱਟੋ ਘੱਟ ਇੰਨਾ ਹੀ ਲਿਖ ਦਿੰਦੇ ਕਿ ਅਸੀਂ ਨੈਬ ਭਾਟੀਆ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹਾਂ। ਜਿਹੜੇ ਲੋਕ ਭਾਰਤ ਦੇ ਵਿੱਚ ਉੱਥੇ ਪੀੜਿਤ ਆ, ਅਸੀਂ ਇਹ ਆਸ ਕਰਦੇ ਹਾਂ, ਅਸੀਂ ਆਪਣੇ ਲੈਵਲ ਤੇ ਭਾਰਤ ਸਰਕਾਰ ਦੇ ਨਾਲ ਅਸੀਂ ਵੀ ਲੌਬੀ ਕਰਾਂਗੇ ਕਿ ਉਹਨਾਂ ਭੈਣਾਂ ਭਰਾਵਾਂ ਦੀ ਜੋ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਲੱਭਿਆ ਜਾਵੇ। ਉਲਟਾ ਇਹ ਹੋ ਰਿਹਾ ਕਿ ਉਹ ਮੋਹਰ ਲਗਾਈ ਜਾ ਰਹੀ ਹੈ ਕਿ ਜੋ ਪਾਲਿਸੀ ਉਹ ਸਹੀ ਆ, ਉਹ ਲੋਕ ਗਲਤ ਆ। ਸੋ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਟ੍ਰੈਪ ਸੀਗਾ। ਅਰੋੜਾ ਸਾਹਿਬ, ਤੁਸੀਂ ਵੀ ਹਾਂਜੀ ਸਰ ਜੀ, ਬਾਲ ਸਾਹਿਬ। ਹਾਂਜੀ ਹਰਜਿੰਦਰ ਜੀ, ਸੌਰੀ ਮੈਂ ਇੰਟਰਰਪਟ ਕਰ ਰਿਹਾ। ਇਦਾਂ ਜਾਪ ਰਿਹਾ ਵੀ ਸ਼ਾਇਦ ਜਿਹੜੀ ਮੌਜੂਦਾ ਲੀਡਰਸ਼ਿਪ ਨੂੰ CIF ਦੀ ਨੂੰ ਕਰੈਕਟਰ ਸਰਟੀਫਿਕੇਟ ਦੇ ਦਈਏ ਤੇ ਪੁਰਾਣੀ ਤੇ ਸੁੱਟ ਦਈਏ। ਮੈਂ ਨਾ ਜੀ ਆਪਣੇ ਪੰਜਾਬੀ ਦਾ ਤੇ ਸਿੱਖ ਵਿਰਸੇ ਦੇ ਵਿੱਚ ਅਕਸਰ ਇੱਕ ਤੁਕ ਆਉਂਦੀ ਆ, ਸੱਪੇ ਦੁੱਧ ਪਿਆਈਏ ਵਿਖ ਮੂੰਹੋਂ ਸੁੱਟੇ। ਠੀਕ ਹੈ ਜੀ, ਇਹੀ ਜਿਹੜੇ ਸਤੀਸ਼ ਤੱਖਰ ਉਹਨਾਂ ਨੇ ਜਿਹਨਾਂ ਬੋਬੀ ਕਿਹਾ ਵੀ ਪੁਰਾਣੀ ਲੀਡਰਸ਼ਿਪ ਕਰਕੇ ਹੋ ਸਕਦਾ ਜਾਂ ਕਿੱਦਾਂ, 1-2 ਮਹੀਨੇ ਪਿੱਛੇ ਚਲੇ ਜਾਓ,
ਅੰਟਾਰੀਓ ਅਸੈਂਬਲੀ ਦੇ ਵਿੱਚ ਜੈਨੋਸਾਈਡ ਮੈਮੋਰੀਅਲ ਵੀਕ ਦੇ ਲਈ ਇੱਕ ਪ੍ਰਾਈਵੇਟ ਮੈਂਬਰ ਮੋਸ਼ਨ, ਉਹਦੀ ਵਿਰੋਧਤਾ ਜਿਹੜੀ ਪੁਰਾਣੀ ਜਿਹੜੀ ਲੰਘ ਚੁੱਕੀ ਲੀਡਰਸ਼ਿਪ ਨਹੀਂ, ਇਹਨੂੰ ਫਾਊਂਡੇਸ਼ਨ ਕਰਨ ਵਾਲੀ ਲੀਡਰਸ਼ਿਪ ਨਹੀਂ ਹੋ ਰਹੀ, ਜਿਹੜੀ ਮੌਜੂਦਾ ਲੀਡਰਸ਼ਿਪ ਵੱਲੋਂ ਹੋ ਰਹੀ ਆ। ਰਾਈਟ। ਸੋ ਇਸ ਕਰਕੇ ਅੱਛਾ, ਪਰ ਇਕਬਾਲ ਸਾਹਿਬ ਮੈਨੂੰ ਪਤਾ ਆਪਣੀ ਗੱਲ ਨਾ ਲੰਬੀ ਚੱਲ। ਹਾਂਜੀ ਹਾਂਜੀ ਨਹੀਂ ਹਰਜਿੰਦਰ, ਮੈਂ ਖੁੱਲਾ ਸਿੱਧਾ ਦਿੰਦਾ, ਦੇਖੋ ਜੇ CIF ਵਾਲੇ ਚਾਹੁੰਦੇ ਆ ਨਾ ਰੀਕਨਸੀਲੀਏਸ਼ਨ, ਚਲੋ ਆ ਜਾਓ, ਬੈਠੋ, ਆ ਜਾਓ, ਗੱਲ ਕਰੀਏ ਜੀ। ਬਿਲਕੁਲ ਸਹੀ ਗੱਲ ਹੈ। ਆ ਜਾਓ, ਆਪਣੇ ਸਿਆਸੀ ਆਕਾਵਾਂ ਨੂੰ ਛੱਡ ਕੇ। ਮੈਂ ਇੱਕ ਵਾਰੀ ਨਾ ਜੀ ਬੌਬ ਰੇ ਦੇ ਨਾਲ ਸਾਹਮਣੇ ਟੇਬਲ ਤੇ ਬੈਠ ਕੇ ਉਹਨੇ ਕਿਹਾ ਸੀ, ਕਹਿੰਦਾ ਵੀ ਜੇ ਤੁਹਾਡੀ ਗੱਲ ਜਿਹੜੇ ਇੱਥੇ ਤੁਹਾਡੇ ਤੇ ਜਿਹੜੇ ਇਤਰਾਜ਼ ਕਰਦੇ ਹਨ, ਮੈਂ ਕਿਹਾ ਵੀ ਕਦੀ ਵੀ ਓਪਨ ਪਬਲਿਕ ਫੋਰਮ ਦੇ ਵਿੱਚ ਲੈ ਆਏ, ਉਹਨਾਂ ਤੋਂ ਉੱਚੀ ਆਵਾਜ਼ ਦੇ ਵਿੱਚ ਕਹਾਂਗੇ ਵੀ ਜਿਹੜਾ ਵੀ ਟੈਰਰਿਜ਼ਮ ਗਲਤ ਆ, ਇਨੋਸੈਂਟ ਲੋਕਾਂ ਨੂੰ ਮਾਰਨਾ ਗਲਤ ਆ, ਏਅਰ ਇੰਡੀਆ ਦਾ ਦੁਖਾਂਤ ਗਲਤ ਆ। ਪਰ ਜੇ ਤੁਸੀਂ ਇਹ ਕਹੋ ਮੈਂ ਤੂੰ ਉੱਥੇ ਖੜ ਕੇ ਇਹ ਕਹਾਂ ਵੀ ਹਿੰਦੁਸਤਾਨ ਬੜਾ ਚੰਗਾ ਹੈ, ਹਿੰਦੁਸਤਾਨ ਇਨਸਾਫ ਪਸੰਦ ਆ, ਮੈਂ ਕਿਹਾ ਮੈਂ ਉਸ ਹਿੰਦੁਸਤਾਨ ਨੂੰ ਕਿੱਦਾਂ ਇਨਸਾਫ ਪਸੰਦ ਕਹਿ ਦਵਾਂ ਜਿੱਥੇ ਮੇਰੀਆਂ ਹਜ਼ਾਰਾਂ ਜਿਹੜੇ ਨੌਜਵਾਨ ਬੇਕਸੂਰ ਮਾਰ ਦਿੱਤੇ ਗਏ, ਜਿੱਥੇ ਮੇਰਾ ਨਜ਼ਦੀਕੀ ਦੋਸਤ ਜਸਵੰਤ ਸਿੰਘ ਖਾਲੜਾ ਜਿਹੜਾ ਉਹ 25,000 ਲਾਸ਼ਾਂ ਦਾ ਹਿਸਾਬ ਲੱਭਦਾ ਖੁਦ ਜਿਹੜਾ ਅਣਪਛਾਤੀ ਲਾਸ਼ ਬਣ ਗਿਆ। ਹਾਂ, ਮੈਂ ਕਿਹਾ ਮੈਂ ਇਹ ਕਹਾਂਗਾ ਕੈਨੇਡਾ ਚੰਗਾ ਆ। ਰਾਈਟ। ਅੱਛਾ, ਇੱਥੇ ਮੈਂ ਹੁਣ ਅਰੋੜਾ ਸਾਹਿਬ ਦੇ ਵੀ ਪੁਆਇੰਟ ਲੈਣਾ ਚਾਹਾਂਗਾ। ਇੱਥੇ ਅਰੋੜਾ ਸਾਹਿਬ, ਕੀ ਸਿਰਫ ਔਰ ਸਿਰਫ ਅਸੀਂ ਇਸ ਸਾਰੀ ਘਟਨਾ ਨੂੰ, ਇਸ ਸਾਰੀ ਗੱਲਬਾਤ ਨੂੰ, ਜਾਂ ਜੋ ਵੀ ਹੁਣ ਅਵਾਰਡ ਲੈਣ ਤੋਂ ਲੈ ਕੇ ਅਵਾਰਡ ਵਾਪਸ ਕਰਨ ਦਾ ਜੋ ਵੀ ਹੈ, ਇਹ ਸਾਰੀ ਚੀਜ਼ 1984 ਨੂੰ ਬੇਸ ਬਣਾ ਕੇ ਆਪਾਂ ਡਿਸਕਸ ਕਰ ਰਹੇ ਹਾਂ, ਜਾਂ ਤੁਸੀਂ ਸੋਚਦੇ ਹੋ ਵੀ ਕੋਈ ਇੰਟੈਂਸ਼ਨ CIF ਦੀ ਜਾਂ ਫਿਰ ਨੈਬ ਭਾਟੀਆ ਸਾਹਿਬ ਦੀ ਜਾਂ ਫਿਰ ਸਾਡੇ ਪੈਨਲਿਸਟ ਦੀ, ਜਾਂ ਜਿਨ੍ਹਾਂ ਨੇ ਵਿਰੋਧ ਕੀਤਾ, ਜਾਂ ਇੱਕ ਇਹ ਵੀ ਤਬਕਾ ਸਾਡੇ ਸਾਹਮਣੇ ਆਇਆ ਜਿਹਦੇ 'ਤੇ ਆਪਾਂ ਅਗਲਾ ਪੁਆਇੰਟ ਇਹ ਵੀ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਬੈਸ਼ ਵੀ ਕੀਤਾ ਗਿਆ ਨੈਬ ਭਾਟੀਆ ਸਾਹਿਬ ਨੂੰ 1-2 ਦਿਨ ਦੇ ਵਿੱਚ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਮੰਦੀ ਚੰਗੀ ਸ਼ਬਦਾਵਲੀ ਵੀ ਵਰਤੀ ਗਈ ਸਾਡੇ ਭਾਈਚਾਰੇ ਵੱਲੋਂ ਹੀ, ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਮੈਂ ਨਵੇਂ ਪਰਸਪੈਕਟਿਵ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਮੈਨੂੰ ਸੁਣਨ ਦਾ ਜਾਣ ਦਾ ਮੌਕਾ ਮਿਲੇਗਾ, ਅਤੇ ਮੈਨੂੰ ਮਿਲਿਆ ਵੀ ਹੈ। ਮੈਂ ਪੋਲੀਟੀਕਲੀ ਕੋਈ ਬਹੁਤ ਐਕਟਿਵ ਬੰਦਾ ਨਹੀਂ ਹੈ, ਸੋ ਨਾ ਮੈਂ ਪੋਲੀਟਿਕਸ ਨੂੰ ਸਮਝਦਾ, ਰਾਜਨੀਤੀ ਦੀ ਗੱਲਾਂ ਨੂੰ। ਮੈਂ ਇੰਟਰਪ੍ਰੀਟੇਸ਼ਨ ਮੇਰੀ ਆਪਣੀ ਹੋ ਸਕਦੀ ਹੈ ਅਤੇ ਹੋਰ ਦੋਸਤਾਂ ਦੀ ਆਪਣੀ ਹੈ, ਸੋ ਉਹਨਾਂ ਦੀ ਇੰਟਰਪ੍ਰੀਟੇਸ਼ਨ ਤੋਂ ਮੈਂ ਕੁਝ ਸ਼ਾਇਦ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਤੱਕ ਦੀ ਇੰਟਰਪ੍ਰੀਟੇਸ਼ਨ ਕੀ ਰਹੀ ਹੈ ਅਤੇ ਲੇਟੈਸਟ ਜਿਹੜੀ ਲੀਡਰਸ਼ਿਪ ਉਹਦੀ ਇੰਟਰਪ੍ਰੀਟੇਸ਼ਨ ਕੀ ਰਹੀ ਹੈ। ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਇਹ ਵੀ ਕਹਿਣਾ ਚਾਹਾਂਗਾ, ਰੀਕਨਸੀਲੀਏਸ਼ਨ ਸਿਰਫ ਉਹਨਾਂ ਨੇ ਇਹ ਗੱਲ, ਜਿਹੜਾ ਲੈਟਰ ਜਿਹੜਾ ਉਹ ਰੀਕਨਸੀਲੀਏਸ਼ਨ ਵਿਦਨ ਦ ਕਮਿਊਨਿਟੀਜ਼ ਗੱਲ ਕਹੀ ਹੈ, ਉਹ ਆਪਣੇ ਉਹਨਾਂ ਦੇ ਨਜ਼ਰੀਏ ਤੋਂ ਕਮਿਊਨਿਟੀ, ਇੱਕ ਇੰਡੀਅਨ ਕਮਿਊਨਿਟੀ, ਇੱਕ ਕੈਨੇਡੀਅਨ ਕਮਿਊਨਿਟੀ, ਉਹਦੀ ਰੀਕਨਸੀਲੀਏਸ਼ਨ ਦੀ ਗੱਲ ਕਰ ਰਹੇ ਨੇ। ਉਹ ਕੋਈ ਸਪੈਸੀਫਿਕ ਟੂ ਸਿੱਖ ਕਮਿਊਨਿਟੀ ਨਹੀਂ ਕਹਿ ਰਹੇ। ਸੋ ਆਪਣਾ ਨਜ਼ਰੀਆ ਉਹਨਾਂ ਦਾ ਹੋ ਸਕਦਾ, ਉਹ ਆਪਣੇ ਨਜ਼ਰੀਏ ਨਾਲ ਗੱਲ ਕਹਿ ਰਹੇ ਤੇ ਹਮੇਸ਼ਾ ਹੀ ਹੁੰਦਾ ਹੈ ਕਿ ਮੇਰਾ ਨਜ਼ਰੀਆ ਮੇਰੇ ਨਜ਼ਰੀਏ ਤੋਂ ਠੀਕ ਹੈ, ਤੁਹਾਡੇ ਤੋਂ ਠੀਕ ਹੈ। ਉਹ ਆਪਣੀ ਜਗ੍ਹਾ ਸੱਚੇ ਹੋ ਸਕਦੇ ਨੇ, ਅਸੀਂ ਉਹਨੂੰ ਮੰਨੀਏ ਨਾ ਮੰਨੀਏ। ਪਰ ਹਾਂ, ਇਹ ਗੱਲ ਕਹਿਣਾ ਕਿ ਜਿਹੜੀ 1984 ਦਾ ਜਿਹੜਾ ਦੁਖਾਂਤ ਹੈ, ਜਿਹੜਾ ਉਹ ਕਤਲੇਆਮ ਹੈ, ਉਸ ਨੂੰ ਰੈਕਗਨਾਈਜ਼ ਨਾ ਕਰਨਾ, ਉਹ ਬੜਾ ਅਨਫੇਅਰ ਹੋਏਗਾ। ਮੈਂ ਇਸ ਦੇ ਲਈ ਤਾਂ ਮੈਂ ਬਿਲਕੁਲ, ਕਿਉਂਕਿ ਜੇ ਅਸੀਂ ਗੱਲ ਕਰਦੇ ਹਾਂ ਕਿ 1984 ਦੇ ਨਵੰਬਰ 1984 ਦੀ ਦੁਖਾਂਤ ਜਿਨ੍ਹਾਂ ਨੇ ਆਪਣੇ ਪਿੰਡ ਤੇ ਹੰਡਾਇਆ, ਮੈਂ ਉਹਨਾਂ ਪਰਿਵਾਰਾਂ ਵਿੱਚੋਂ ਹਾਂ। ਮੈਂ ਇਸ ਗੱਲ ਨੂੰ ਕਦੇ ਮੰਨ ਹੀ ਨਹੀਂ ਸਕਦਾ ਕਿ ਇਹਨੂੰ ਅਸੀਂ ਕਹਿ ਦਈਏ ਕਿ ਸਾਡੀ ਹਿਸਟਰੀ ਦਾ ਹਿੱਸਾ ਨਹੀਂ ਹੈ ਜਾਂ ਉਹ ਜੈਨੋਸਾਈਡ ਦਾ ਪਾਰਟ ਨਹੀਂ ਹੈ। ਹੋ ਸਕਦਾ ਹੈ ਕਿ ਕੁਝ ਲੋਕ ਨੂੰ ਜੈਨੋਸਾਈਡ ਨਾ ਕਹਿਣਾ ਚਾਹਣ, ਹੋ ਸਕਦਾ ਹੈ, ਇਹ ਉਹਨਾਂ ਦਾ ਨਜ਼ਰੀਆ ਹੈ, ਉਹਨਾਂ ਦੇ ਕੋਲ ਹੱਕ ਹੈ। ਮੈਂ ਆਈ always say there will be times when we will disagree, ਬਟ ਉਹਨਾਂ ਦਾ ਨਜ਼ਰੀਆ ਉਹਨਾਂ ਨੂੰ ਮੁਬਾਰਕ ਹੈ। ਪਰ ਮੈਂ ਜੇ ਉਹਨਾਂ ਦਾ ਨਜ਼ਰੀਆ ਅਤੇ ਮੈਂ ਉਹਨਾਂ ਨੂੰ ਉੱਠਣਾ ਬਹਿਣਾ ਪਸੰਦ ਨਹੀਂ ਕਰਾਂਗਾ। ਅਤੇ ਮੈਂ ਇਸ ਗੱਲ ਦਾ ਮੈਨੂੰ ਕਹਿੰਦਾ ਕਿ ਨਵ ਭਾਟੀਆ ਸਾਹਿਬ ਨੇ ਵੀ ਜੇ ਆਪਣੀ ਇਸ ਗੱਲ ਨੂੰ ਰੀਅਲਾਈਜ਼ ਕੀਤਾ ਕਿ ਉਸਦਾ ਪਰਸਪੈਕਟਿਵ ਕੀ ਹੈ ਉਸ ਸੰਸਥਾ ਦਾ, ਅਤੇ ਉਸ ਤੋਂ ਦੂਰ ਹਟ ਗਏ ਨੇ, ਅਤੇ ਬੜੀ ਚੰਗੀ ਗੱਲ ਹੈ। ਰਾਈਟ। ਸੋ ਆਪਣੇ ਨਾਲ ਇਸ ਵੇਲੇ ਨੈਬ ਭਾਟੀਆ ਸਾਹਿਬ ਵੀ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ। ਸੋ ਆਪਾਂ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ, ਪੁੱਛਦੇ ਉਹਨਾਂ ਦੇ ਕੋਲੋਂ ਕਿ ਉਹਨਾਂ ਦੀ ਮਨੋਦਸ਼ਾ ਕੀ ਹੈ, ਜਦੋਂ ਅਵਾਰਡ ਰਿਸੀਵ ਕਰਨ ਤੋਂ ਪਹਿਲਾਂ ਕਿਵੇਂ ਸੋਚ ਰਹੇ ਸੀ ਅਤੇ ਹੁਣ ਵਾਪਸ ਕਰਨ ਤੋਂ ਬਾਅਦ ਉਹ ਕਿਵੇਂ ਸੋਚਦੇ ਆ, ਜਾਂ ਇਹ ਸਾਰੀ ਗੱਲਬਾਤ ਨੂੰ ਉਹਨਾਂ ਦਾ ਪਰਸਪੈਕਟਿਵ ਕੀ ਹੈ। ਭਾਟੀਆ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਰਜਿੰਦਰ ਗਿੱਲ ਸ਼ੋਅ 'ਚ। ਜੀ ਆਇਆਂ ਨੂੰ। ਸਭ ਨੂੰ ਮੇਰੀ ਬੜੀ ਡੂੰਘੀ ਫਤਿਹ। ਸਭ ਵੀਰ ਜਿਹੜੇ NSC ਵੀਰ ਬੈਠੇ ਨੇ ਡਿਸਕਸ਼ਨ ਵਿੱਚ, ਸਭ ਨੂੰ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਇਸ ਵੇਲੇ ਹੈਰੀ ਧਾਲੀਵਾਲ ਸਾਹਿਬ, ਜਸਪਾਲ ਬੱਲ ਹੋਰੀ, ਗੁਰਸ਼ਰਨ, ਬੌਬੀ ਸਿੱਧੂ ਤੇ ਸਰਬਜੀਤ ਅਰੋੜਾ ਹੋਰੀ ਸਾਡੇ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਗੱਲਬਾਤ ਦੇ ਨਾਲ ਜੁੜੇ ਹੋਏ ਆ। ਭਾਟੀਆ ਸਾਹਿਬ, ਤੁਸੀਂ ਸ਼ਾਇਦ ਥੋੜ੍ਹੀ ਬਹੁਤੀ ਸਾਡੀ ਗੱਲਬਾਤ ਸੁਣੀ ਹੋਣੀ ਹੈ। ਤੁਹਾਡਾ ਪਹਿਲਾਂ ਤਾਂ ਓਪਨਿੰਗ ਰਿਮਾਰਕਸ ਹੀ ਤੁਹਾਡੇ ਜਾਣਨੇ ਚਾਹਾਂਗੇ, ਤੁਸੀਂ ਕਿੱਥੋਂ ਇਸ ਗੱਲਬਾਤ ਨੂੰ ਸ਼ੁਰੂ ਕਰੋਗੇ? ਦੇਖੋ ਵੀਰ ਜੀ, ਮੈਂ ਪਹਿਲਾਂ ਦੇ ਸਾਰੇ ਹੀ ਆਪਣੀ ਜਿਹੜੀ ਕਮਿਊਨਿਟੀ ਹੈ, ਖਾਸ ਤੌਰ ਤੇ ਜਿਨ੍ਹਾਂ ਨੇ ਮੈਨੂੰ ਕ੍ਰਿਟੀਸਾਈਜ਼ ਕੀਤਾ ਹੈ, ਬਹਿਸ ਕੀਤਾ ਹੈ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ, ਕਿਉਂਕਿ ਜਿਹਨੂੰ ਪਿਆਰ ਕਰਦੇ ਹੋ, ਜਿਸ ਤੁਹਾਡੇ ਇੱਕ ਪੈਨਲਿਸਟ ਨੇ ਕਿਹਾ, ਜਿਹਨੂੰ ਪਿਆਰ ਕਰਦੇ ਹੋ ਉਹਦੇ ਨਾਲ ਹੀ ਤੁਸੀਂ ਗੁੱਸਾ ਕਰ ਸਕਦੇ ਹੋ।
For all our latest updates, please subscribe G Media Group YouTube channel and press the bell icon.